ਤਾਂ ਸਟੂਡੈਂਟਸ ਅਸੀਂ ਆਪਣਾ ਬੇਟਾ ਸੈਕਿੰਡ ਐਸੇ ਸਿਲੇਬਸ ਦਾ ਸ਼ੁਰੂ ਕੀਤਾ ਸੀ ਦਾ ਮਾਰਚ ਕਿੰਗ। ਇਸ ਦੀ ਆਪਾਂ ਨੇ ਇੱਕ ਕਲਾਸ ਆਪਾਂ ਲਗਾ ਚੁੱਕੇ। ਸਾਨੂੰ ਪਤਾ ਹੈ ਕਿ ਜਿਹੜਾ ਐਸੇ ਹੈ ਕੈਥਰੀਨ ਲਿਟਲ ਬੇਕਲੈਸ ਨੇ ਲਿਖਿਆ। ਤਾਂ ਇਸ ਦੇ ਵਿੱਚ ਉਹਨਾਂ ਨੇ ਇੱਕ ਲੜਕੇ ਦੀ ਕਹਾਣੀ ਦੱਸੀ ਹੈ, ਅਸਲੀ ਹੈ ਇਹ ਵੈਸੇ ਤਾਂ। ਜੌਨ ਫਿਲਿਪ ਸੋਸਾ ਸਾਡੇ ਚੈਪਟਰ ਦੇ ਹੀਰੋ ਨੇ। ਤਾਂ ਜੌਨ ਫਿਲਿਪ ਸੋਸਾ ਦੇ ਬਾਰੇ ਦੱਸਿਆ ਕਿ ਜਦੋਂ ਛੋਟੇ ਹੁੰਦੇ ਸੀਗੇ ਉਸ ਟਾਈਮ ਉਹਨਾਂ ਨੇ ਜਦੋਂ ਆਪਣੇ ਯੂਨਾਈਟਿਡ ਸਟੇਟਸ ਦੇ ਮਰੀਨ ਬੈਂਡ ਦੇ ਵਿੱਚ ਆਪਣੇ ਫਾਦਰ ਨੂੰ ਵਰਦੀ 'ਚ ਦੇਖਿਆ, ਜਦੋਂ ਉਹ ਮਰੀਨ ਬੈਂਡ ਦੇ ਨਾਲ ਜਾ ਰਹੇ ਸੀਗੇ ਮਿਊਜ਼ਿਕ ਵਜਾਉਂਦੇ, ਤਾਂ ਉਸ ਸਮੇਂ ਹੀ ਫਿਲਿਪ ਨੇ ਸੋਚ ਲਿਆ ਸੀ ਕਿ ਮੈਂ ਵੱਡਾ ਹੋ ਕੇ ਮਿਊਜ਼ੀਸ਼ੀਅਨ ਬਣੂੰਗਾ। ਤਾਂ ਮਿਊਜ਼ੀਸ਼ੀਅਨ ਬਣਨ ਦੇ ਲਈ ਨੈਚੁਰਲੀ ਉਹਨਾਂ ਨੂੰ ਫਿਰ ਮਿਊਜ਼ਿਕ ਦੀਆਂ ਕਲਾਸਿਸ ਲੈਣੀਆਂ ਪੈਣੀਆਂ ਸੀ। ਤਾਂ ਫਿਲਿਪ ਨੇ 7 ਸਾਲ ਦੇ ਸੀ ਜਦੋਂ ਉਹਨਾਂ ਨੇ ਮਿਊਜ਼ਿਕ ਸਕੂਲ ਆਫ ਮਿਊਜ਼ਿਕ ਦੇ ਸਕੂਲ ਨੂੰ ਅਟੈਂਡ ਕੀਤਾ। ਤਾਂ ਬਹੁਤ ਹੀ ਜ਼ਿਆਦਾ ਟੈਲੈਂਟਿਡ ਸੀਗੇ ਇਹ, ਅਤੇ ਕਿਉਂਕਿ ਸਿੱਖਣਾ ਚਾਹੁੰਦੇ ਸੀ ਤਾਂ ਬਹੁਤ ਜਲਦੀ ਸਿੱਖ ਗਏ ਇਹ ਪਲੇਇੰਗ ਦਾ ਵਾਇਲਨ। ਤਾਂ ਵਾਇਲਨ ਨੂੰ ਬਹੁਤ ਅੱਛਾ ਵਜਾ ਲੈਂਦਾ ਸੀ ਫਿਲਿਪ। ਤੇ ਲੇਕਿਨ ਇਸ ਨੂੰ ਇੱਕ ਹੋਰ ਸ਼ੌਂਕ ਵੀ ਸੀ। ਉਹ ਦੂਸਰਾ ਸ਼ੌਂਕ ਕੀ ਸੀ? ਬੇਸਬਾਲ ਖੇਡਣ ਦਾ। ਤਾਂ ਬੇਸਬਾਲ ਖੇਡਣ ਦਾ ਜਿਹੜਾ ਸ਼ੌਂਕ ਹੈ ਇੱਕ ਵਾਰੀ ਇਹਦੇ ਲਈ ਮੁਸੀਬਤ ਬਣ ਗਿਆ। ਹੋਇਆ ਕਿ ਇਹਨਾਂ ਦੇ ਸਕੂਲ ਦੇ ਵਿੱਚ ਸਾਲਾਨਾ ਸਮਾਗਮ ਹੋਣਾ ਸੀ, ਜਿਹਨੂੰ ਅਸੀਂ ਕਨਸਰਟ ਕਹਿੰਦੇ ਹਾਂ, ਮਿਊਜ਼ਿਕ ਕਨਸਰਟ ਹੋਣਾ ਸੀਗਾ। ਤਾਂ ਉਹਦੇ ਵਿੱਚ ਫਿਲਿਪ ਦੀ ਡਿਊਟੀ ਲਗਾਈ ਗਈ, ਤੂੰ ਸੋਲੋ ਜਿਹੜੀ ਹੈ ਉਹ ਪੇਸ਼ ਕਰਨੀ ਹੈ ਆਪਣੀ ਪਰਫਾਰਮੈਂਸ ਵਾਇਲਨ ਦੇ ਨਾਲ। ਵਾਇਲਨ ਸੋਲੋ ਵਜਾਣਾ। ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਸੋਲੋ ਦਾ ਮਤਲਬ ਹੁੰਦਾ ਹੈ ਕਿ ਇਸਨੇ ਇਕੱਲੇ ਨੇ ਵਾਇਲਨ ਵਜਾਣੀ ਸੀਗੀ, ਮਿਊਜ਼ਿਕ ਵਜਾਣਾ ਸੀਗਾ ਵਾਇਲਨ ਤੇ, ਹੋਰ ਕੋਈ ਨਹੀਂ ਸੀ ਨਾਲ। ਤਾਂ ਇਹਨੂੰ ਆਪਣੇ ਆਪ ਤੇ ਬੜਾ ਇੱਕ ਲਾ ਲਓ ਵੀ ਘਮੰਡ ਵੀ ਸੀਗਾ ਕਿ ਮੈਂ ਤਾਂ ਬਹੁਤ ਵਧੀਆ ਵਜਾ ਲੈਣਾ ਹੈ ਵਾਇਲਨ, ਤੇ ਮੈਨੂੰ ਤਾਂ ਕੋਈ ਪ੍ਰੈਕਟਿਸ ਦੀ ਲੋੜ ਨਹੀਂ। ਕੋਈ ਪ੍ਰੈਕਟਿਸ ਨਹੀਂ ਕੀਤੀ ਜੀ। ਤੇ ਜਿਸ ਦਿਨ ਇਹਨਾਂ ਦੀ ਸ਼ਾਮ ਨੂੰ ਮਿਊਜ਼ਿਕ ਦਾ ਕਨਸਰਟ ਹੋਣਾ ਸੀ, ਉਸ ਦਿਨ ਇਹ ਸਵੇਰ ਤੋਂ ਲੈ ਕੇ ਦੁਪਹਿਰ ਤੱਕ, ਈਵਨ ਕਿ ਸ਼ਾਮ ਤੱਕ ਬੇਸਬਾਲ ਖੇਡਦਾ ਰਿਹਾ। ਆਪਣੇ ਕੱਪੜਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ, ਡਰੈਸ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਮੈਂ ਡਰੈਸ ਕੀ ਪਾ ਕੇ ਜਾਣੀ ਹੈ। ਤੇ ਜਦੋਂ ਘਰੇ ਆਇਆ ਤੇ ਇਹਨੇ ਪਾਇਆ ਕਿ ਮੇਰੇ ਮਦਰ ਤਾਂ ਘਰ ਹੈ ਨਹੀਂ, ਬਿਕੋਜ਼ ਉਹਦੇ ਮਦਰ ਹੈ ਜਿਹੜੇ ਉਹ ਆਪਣੇ ਇੱਕ ਫਰੈਂਡ ਦੇ ਘਰ ਗਏ ਹੋਏ ਹੈ। ਤੇ ਉੱਥੇ ਇੱਕ ਨੋਟ ਲਿਖ ਕੇ, ਉਹ ਨੋਟ ਕੀ ਲਿਖ ਕੇ ਗਏ ਕਿ ਮੈਂ ਰਾਤ ਨੂੰ ਲੇਟ ਆਉਂਗੀ, ਤੂੰ ਆਪਣਾ ਖਾਣਾ ਖਾ ਲੈ। ਕੁਝ ਸੈਂਡਵਿਚ ਰੱਖ ਗਈ ਸੀਗੀ ਇਹਦੇ ਮਦਰ ਬਣਾ ਕੇ। ਉਹਨੇ ਚਲੋ ਫਟਾਫਟ ਸੈਂਡਵਿਚ ਖਾਦੇ ਤੇ ਉਸ ਤੋਂ ਬਾਅਦ ਆਪਣੇ ਰੂਮ 'ਚ ਡਰੈਸ ਚੇਂਜ ਕਰਨ ਲਈ ਚਲਾ ਗਿਆ, ਕਿਉਂਕਿ ਫੰਕਸ਼ਨ 'ਚ ਤਾਂ ਜਾਣਾ ਸੀਗਾ ਇਸਨੇ। ਹੁਣ ਜਦੋਂ ਇਹਨੇ ਜਾ ਕੇ ਆਪਣੀ ਅਲਮੀਰਾ ਦੇ ਵਿੱਚ ਡਰਾਅਰ ਦੇ ਵਿੱਚ ਦੇਖਿਆ ਤਾਂ ਡਰਾਅਰ ਐਮਪਟੀ ਸੀ, ਕੁਝ ਵੀ ਨਹੀਂ ਸੀਗਾ ਉਹਦੇ ਕੋਲੇ, ਕੋਈ ਸ਼ਰਟ ਨਹੀਂ ਸੀ, ਕਿਉਂਕਿ ਕੱਪੜੇ ਧੋਣ ਲਈ ਦਿੱਤੇ ਹੋਏ ਸੀ ਤੇ ਧੋਬੀ ਤੋਂ ਅਜੇ ਕੱਪੜੇ ਵਾਪਸ ਨਹੀਂ ਸੀ ਆਏ, ਲਾਂਡਰੀ ਤੋਂ ਕੱਪੜੇ ਅਜੇ ਵਾਪਸ ਨਹੀਂ ਸੀ ਆਏ। ਤੇ ਹੁਣ ਫਿਲਿਪ ਨੂੰ ਪ੍ਰੋਬਲਮ ਆ ਗਈ। ਤਾਂ ਉਸਨੇ ਸੋਚਿਆ ਕਿ ਚਲੋ ਹੁਣ ਘਰੇ ਤਾਂ ਕੋਈ ਕੱਪੜਾ ਨਹੀਂ, ਤਾਂ ਉਹਨੇ ਆਪਣੇ ਮਿਊਜ਼ਿਕ ਟੀਚਰ, ਜੋ ਉਸਦੇ ਨਾਮ ਹੈ ਪ੍ਰੋਫੈਸਰ ਐਸਪਿਊਟਾ, ਉਹਦੇ ਕੋਲੋਂ ਭੱਜ ਕੇ ਗਿਆ ਤੇ ਆਪਣੀ ਸਾਰੀ ਕਹਾਣੀ ਸੁਣਾਈ। ਤਾਂ ਬੇਟਾ ਇਹ ਸਾਰਾ ਆਪਾਂ ਕਰਿਆ ਪਹਿਲੇ ਲੈਕਚਰ ਦੇ ਵਿੱਚ। ਇਸ ਤੋਂ ਅੱਗੇ ਹੁਣ ਆਪਾਂ ਸਟਾਰਟ ਕਰਦੇ ਹਾਂ। ਹੁਣ ਜਦੋਂ ਉਸਨੇ ਆਪਣੀ ਇਹ ਸਾਰੀ ਕਹਾਣੀ ਸੁਣਾਈ ਤਾਂ ਪਹਿਲਾਂ ਤਾਂ ਪ੍ਰੋਫੈਸਰ ਨੂੰ ਗੁੱਸਾ ਆਇਆ। ਸਕਾਊਲਡ ਵਿਦ ਕੰਸਰਨ। ਸਕਾਊਲ ਦਾ ਮਤਲਬ ਹੁੰਦਾ ਹੈ ਜਦੋਂ ਤੁਹਾਡੀਆਂ ਆ ਜਿਹੜੀਆਂ ਅੱਖਾਂ ਦੇ ਆਈਬ੍ਰੋਜ਼ ਹੁੰਦੀਆਂ ਨੇ, ਭਰਵੱਟੇ ਜਿਹਨੂੰ ਤੁਸੀਂ ਕਹਿੰਦੇ ਹੋ, ਜਦੋਂ ਆਪਾਂ ਥੋੜੇ ਜਿਹੇ ਤਿਉੜੀਆਂ ਜਿਹੀਆਂ ਚੜਾ ਕੇ ਆਪਾਂ ਦੇਖੀਏ ਕਿਸੇ ਨੂੰ, ਤਾਂ ਪ੍ਰੋਫੈਸਰ ਨੇ ਉਹਦੀ ਗੱਲ ਸੁਣ ਕੇ ਥੋੜੀਆਂ ਤਿਉੜੀਆਂ ਜਿਹੀਆਂ ਚੜਾਈਆਂ। ਪਰ ਫਿਰ ਉਸਨੇ ਕਿਹਾ ਚਲੋ ਠੀਕ ਹੈ, ਦੈਟਸ ਆਲ ਰਾਈਟ, ਰਨ ਟੂ ਮਾਈ ਹਾਊਸ, ਮੇਰੇ ਘਰ ਜਾ ਫਟਾਫਟ, ਟੈਲ ਮਾਈ ਵਾਈਫ ਟੂ ਗਿਵ ਯੂ ਵਨ ਆਫ ਮਾਈ ਸ਼ਰਟਸ। ਘਰੇ ਮੇਰੀ ਵਾਈਫ ਹੈ, ਤੂੰ ਉਸ ਨੂੰ ਜਾ ਕੇ ਕਹਿ ਕਿ ਮੈਨੂੰ ਇੱਕ ਸ਼ਰਟ ਚਾਹੀਦੀ ਹੈ ਤੇ ਮੇਰੀ ਇੱਕ ਸ਼ਰਟ ਤੈਨੂੰ ਉਹ ਦੇ ਦੇਗੀ। ਹੁਣ ਤੇਰੇ ਕੋਲ ਤਾਂ ਸ਼ਰਟ ਕੋਈ ਹੈ ਨਹੀਂ, ਤਾਂ ਸ਼ਰਟ ਤੈਨੇ ਪਾਣੀ ਹੈ, ਤੇਰੀ ਪਰਫਾਰਮੈਂਸ ਹੈ। ਤਾਂ ਹੁਣ ਇਹ ਗੰਦੀ ਸ਼ਰਟ ਦੇ ਨਾਲ, ਡਰਟੀ ਸ਼ਰਟ ਨਾਲ ਤਾਂ ਤੂੰ ਆ ਨਹੀਂ ਸਕਦਾ, ਤੇ ਆਪਣੀ ਜਾ ਕੇ ਚਲੋ ਮੇਰੇ ਘਰ ਜਾ ਕੇ ਮੇਰੀ ਸ਼ਰਟ ਲੈ ਲੈ। ਚਲੋ ਜੀ ਇਹ ਘਰ ਚਲਾ ਗਿਆ। ਤਾਂ ਐਸਪਿਊਟਾ, ਪ੍ਰੋਫੈਸਰ ਐਸਪਿਊਟਾ ਦੀ ਵਾਈਫ ਮਿਸਿਸ ਐਸਪਿਊਟਾ ਫਟਾਫਟ ਆਪਣੇ ਇੱਕ ਹਸਬੈਂਡ ਦੀ ਵਾਈਟ ਸ਼ਰਟ ਲਿਆਈ। ਫੈਚ ਦਾ ਮਤਲਬ ਲੈ ਕੇ ਆਣਾ, ਵਨ ਆਫ ਹਰ ਹਸਬੈਂਡ ਵਾਈਟ ਸ਼ਰਟ। ਤਾਂ ਤੁਹਾਨੂੰ ਪਤਾ ਬੇਟਾ, ਜੇ ਤੁਸੀਂ ਕਦੇ ਮਿਊਜ਼ਿਕ ਦੀ ਪਰਫਾਰਮੈਂਸ ਦੇਖੋ ਤਾਂ ਜਿੰਨੇ ਵੀ ਮਿਊਜ਼ੀਸ਼ੀਅਨਸ ਹੁੰਦੇ ਆ ਨਾ, ਉਹਨਾਂ ਨੇ ਵਾਈਟ ਸ਼ਰਟ ਪਾਈ ਹੁੰਦੀ ਹੈ। ਤਾਂ ਇਹ ਇੱਕ ਤੁਸੀਂ ਲਾ ਲਓ ਕਿ ਕਸਟਮ ਹੈ ਕਿ ਇਸ ਤਰ੍ਹਾਂ ਦੀ ਡਰੈਸ ਦੇ ਵਿੱਚ ਮਿਊਜ਼ਿਕ ਦੀ ਪਰਫਾਰਮੈਂਸ ਦਿੱਤੀ ਜਾਂਦੀ ਹੈ। ਤਾਂ ਵਾਈਟ ਸ਼ਰਟ ਹਸਬੈਂਡ ਦੀ ਲਿਆਈ। ਪਰ ਜਦੋਂ ਫਿਲਿਪ ਨੇ ਪੁਟ ਇਟ ਔਨ, ਇਸ ਨੂੰ ਪਾਇਆ, ਪੁਟ ਔਨ ਦਾ ਮਤਲਬ ਹੁੰਦਾ ਬੇਟਾ ਕੱਪੜੇ ਪਾਉਣਾ, ਪੁਟ ਔਨ। ਤਾਂ ਸ਼ੀ ਬਿਗੇਨ ਟੂ ਐਕਸਕਲੇਮ। ਤਾਂ ਉਸਨੂੰ ਬੜੀ ਹੈਰਾਨੀ ਹੋਈ। ਉਹ ਹੈਰਾਨ ਹੋ ਕੇ ਬੋਲੀ, ਓ ਡੀਅਰ ਗ੍ਰੇਸ਼ੀਅਸ, ਕਹਿੰਦੀ ਹਾਏ ਰੱਬਾ। ਤਾਂ ਗ੍ਰੇਸ਼ੀਅਸ ਦਾ ਮਤਲਬ ਹੁੰਦਾ ਬੇਟਾ ਪੰਜਾਬੀ ਚ ਹਾਏ ਰੱਬਾ, ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਹਾਏ ਰੱਬਾ, ਤਾਂ ਉਹ ਕਹਿੰਦੀ ਹਾਏ ਰੱਬਾ। ਦਾ ਸ਼ਰਟ ਵਾਜ਼ ਸੋ ਲਾਰਜ ਦੈਟ ਫਿਲਿਪ ਵਾਜ਼ ਆਲਮੋਸਟ ਲੋਸਟ ਇਨ ਇਟ। ਕਿ ਜਿਹੜੀ ਸ਼ਰਟ ਇੰਨੀ ਵੱਡੀ ਸੀ ਕਿ ਫਿਲਿਪ ਤਾਂ ਐਂ ਲੱਗਦਾ ਸੀ ਜਿਵੇਂ ਉਹਦੇ ਚ ਗੁੰਮ ਹੀ ਗਿਆ, ਆਲਮੋਸਟ ਲੋਸਟ ਇਨ ਇਟ। ਹੁਣ ਸਪੋਜ਼ ਕਰੋ ਬੱਚਿਓ, ਤੁਸੀਂ ਮੈਂ ਕਿਸੇ ਬॉय ਦੀ ਗੱਲ ਕਰਦਾ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ, 7ਵੀਂ 8ਵੀਂ ਚ ਪੜ੍ਹਦੇ ਹੁੰਦੇ ਸੀ,
ਤਾਂ ਉਹਨਾਂ ਦਿਨਾਂ ਦੇ ਵਿੱਚ ਮੰਨ ਲਓ ਤੁਹਾਡੇ ਤੇ ਤੁਹਾਡੇ ਡੈਡੀ ਦੀ ਸ਼ਰਟ ਪਾਤੀ ਜਾਵੇ ਤਾਂ ਫਿਰ ਤੁਹਾਡੇ ਕਿੱਦਾਂ ਦੀ ਲੱਗੂਗੀ? ਤਾਂ ਤੁਸੀਂ ਅੰਦਾਜ਼ਾ ਕਰਕੇ ਦੇਖੋ ਕਿ ਕਿਸ ਤਰ੍ਹਾਂ ਦੇ ਲੱਗੋਗੇ ਤੁਸੀਂ। ਤਾਂ ਫਿਰ ਉਹੀ ਗੱਲ ਜਿਹੜੀ ਹੈ ਮਿਸਿਸ ਐਸਪਿਊਟਾ ਨੇ ਕਹੀ। ਤਾਂ ਹੁਣ ਫਿਰ ਹੇਸਟੀਲੀ ਫਟਾਫਟ ਮਿਸਿਸ ਐਸਪਿਊਟਾ ਨੇ ਕੀ ਕੀਤਾ, ਇੱਕ ਪਿੰਨ ਦਾ ਬਾਕਸ ਚੱਕਿਆ, ਫਾਊਂਡ ਅ ਬਾਕਸ ਆਫ ਪਿੰਨ। ਪਿੰਨ ਹੁੰਦੇ ਨਾ ਬੇਟਾ, ਜਿਹੜਾ ਪੱਗ ਪਿੰਨ ਹੁੰਦੇ ਆ ਉਹ ਛੋਟੇ ਛੋਟੇ ਜਿਹੇ, ਉਹ ਪਿੰਨ ਵਾਲਾ ਬਾਕਸ ਚੱਕ ਲਿਆ। ਇਨ ਅ ਟਵਿੰਕਲਿੰਗ ਦਾ ਮਤਲਬ ਫਟਾਫਟ। ਫਟਾਫਟ ਉਸ ਦੀਆਂ ਜਿਹੜੀਆਂ ਨਰਮ ਜੀਆਂ ਫਿੰਗਰ ਸੀਗੀਆਂ, ਨਿੰਬਲ ਫਿੰਗਰਸ, ਉਹ ਨਰਮ ਜੀਆਂ ਫਿੰਗਰਸ ਦੇ ਨਾਲ ਉਸਨੇ ਕਾਫੀ ਸਾਰੇ ਸ਼ਰਟ ਦੇ ਉੱਪਰ ਪਿੰਨ ਲਾਤੇ। ਇਨਫ ਟਕਸ, ਪਿੰਡ, ਪਿੰਡ ਦਾ ਮਤਲਬ ਉਸਨੇ ਕਾਫੀ ਸਾਰੇ ਪਿੰਨ ਲਗਾਤੇ। ਜਿਵੇਂ 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 ਸਪੋਜ਼ ਕਰੋ ਬੇਟਾ ਆਪਣੇ ਕੋਲੇ ਕੋਈ ਸ਼ਰਟ ਲੂਜ਼ ਹੋਵੇ, ਆਪਾਂ ਨੂੰ ਇਕੱਠੇ ਜੇ ਕਰਕੇ ਪਿੰਨ ਲਾ ਦਈਏ, ਵਿੱਚੋਂ ਦੀ ਪਿੰਨ ਦੀ ਐਵੇਂ ਕਰਕੇ ਪਿੰਨ ਲਾ ਦਈਏ, ਤੇ ਇਸ ਤਰ੍ਹਾਂ ਉਹਨੇ ਕਾਫੀ ਸਾਰੇ ਪਿੰਨ ਲਾਤੇ ਟੂ ਮੇਕ ਇਟ ਟੂ ਫਿਟ ਫਿਲਿਪ, ਤਾਂ ਕਿ ਫਿਲਿਪ ਦੇ ਫਿੱਟ ਆ ਜਾਏ। ਤਾਂ ਉਹਨੇ ਪਿੱਛੋਂ ਦੀ ਸ਼ਰਟ ਇਕੱਠੀ ਕਰਕੇ ਪਿੰਨ ਲਾਤੇ, ਕਈ ਸਾਰੇ ਲਾਤੇ, ਕਾਲਰ ਕਨੀ ਲਾਤੇ, ਬਾਜੂ ਕਨੀ ਲਾਤੇ, ਨੀਚੇ ਵੀ ਲਾਤੇ, ਪਿਛਲੇ ਪਾਸੇ ਸਾਰੇ ਪਿੰਨ ਲਾਤੇ ਉਹਨੇ। They both heaved a big sigh of relief when the job was finished. They both, both ਦਾ ਮਤਲਬ ਇੱਥੇ ਮਿਸਿਸ ਐਸਪਿਊਟਾ ਤੇ ਫਿਲਿਪ ਦੀ ਗੱਲ ਹੋ ਰਹੀ ਹੈ। ਤਾਂ ਦੋਨਾਂ ਜਣਿਆਂ ਨੇ ਸੁੱਖ ਦਾ ਸਾਹ ਲਿਆ। ਬਿਗ ਸਾਈ ਆਫ ਰਿਲੀਫ, ਰਿਲੀਫ ਦਾ ਮਤਲਬ ਹੁੰਦਾ ਬੇਟਾ ਸਾਹ ਲੈਣਾ, ਸਾਏ ਦਾ ਮਤਲਬ ਸਾਹ ਲੈਣਾ, ਰਿਲੀਫ ਦਾ ਮਤਲਬ ਸੁੱਖ ਦਾ ਸਾਹ ਲੈਣਾ। ਬਿਗ, ਇੱਕ ਵੱਡਾ ਸੁੱਖ ਦਾ ਸਾਹ ਲਿਆ ਕਿ ਹਾਂ ਹੁਣ ਠੀਕ ਹੈ। ਵੈਨ ਦਾ ਜੌਬ ਵਾਸ ਫਿਨਿਸ਼, ਜਦੋਂ ਸਾਰਾ ਕੰਮ ਹੋ ਗਿਆ। ਕੰਮ ਕੀ ਹੋ ਗਿਆ? ਜਦੋਂ ਸ਼ਰਟ ਦੇ ਉੱਪਰ ਪੂਰੇ ਪਿੰਨ ਲੱਗ ਗਏ ਤੇ ਹੁਣ ਉਹ ਠੀਕ ਲੱਗਣ ਲੱਗ ਗਈ। ਕਿਸ ਦੇ ਉੱਪਰ? ਫਿਲਿਪ ਦੇ ਉੱਪਰ। Then free from anxiety, Philip hurried back to the school. ਚਲੋ ਹੁਣ ਚਿੰਤਾ ਤੋਂ ਮੁਕਤ ਹੋਇਆ, ਐਂਗਜ਼ਾਇਟੀ ਦਾ ਮਤਲਬ ਚਿੰਤਾ, ਚਿੰਤਾ ਤੋਂ ਮੁਕਤ ਹੋ ਕੇ ਹੁਣ ਜਿਹੜਾ ਫਿਲਿਪ ਹੈ ਉਹ ਹਰੀਡ ਬੈਕ, ਵਾਪਸ ਚਲਾ ਗਿਆ। ਹਰੀਡ ਬੈਕ, ਤੇਜ਼ੀ ਨਾਲ, ਟੂ ਦਾ ਸਕੂਲ, ਸਕੂਲ ਚਲਾ ਗਿਆ। ਦਾ ਕੰਸਰਟ ਫਾਈਨਲੀ ਬਿਗੇਨ, ਤਾਂ ਹੁਣ ਸਮਾਗਮ ਸ਼ੁਰੂ ਹੋ ਗਿਆ ਜੀ ਅੰਤ ਚ। ਐਂਡ ਸੂਨ ਇਟ ਵਾਜ਼ ਟਾਈਮ ਫॉर ਫਿਲਿਪਸ ਆਲਸੋ, ਤੇ ਜਦੋਂ ਹੁਣ ਸਮਾਗਮ ਸ਼ੁਰੂ ਹੋ ਗਿਆ ਤਾਂ ਫਿਲਿਪ ਦੀ ਤਾਂ ਵਾਰੀ ਆਣੀ ਹੋ ਸੀ, ਤੇ ਜਲਦੀ ਹੀ ਫਿਲਿਪ ਦੀ ਵਾਰੀ ਵੀ ਆ ਗਈ, ਫਿਲਿਪਸ ਟਾਈਮ ਆ ਗਿਆ। ਹੀ ਸਟੂਡ ਅਪ, ਉਹ ਖੜਾ ਹੋਇਆ। ਪਲੇਸ ਦਾ ਵਾਇਲਨ ਅੰਡਰ ਹਿਸ ਚਿਨ, ਤਾਂ ਉਹਨੇ ਵਾਇਲਨ ਆਪਣੇ ਠੋਡੀ ਦੇ ਨੀਚੇ ਰੱਖੀ। ਤਾਂ ਬੇਟਾ ਜੇ ਤੁਸੀਂ ਕਦੇ ਵਾਇਲਨ ਕਿਸੇ ਮਿਊਜ਼ੀਸ਼ੀਅਨ ਨੂੰ ਵਜਾਉਂਦੇ ਦੇਖੋ ਤਾਂ ਉਹ ਵਾਇਲਨ ਦਾ ਇੱਕ ਹਿੱਸਾ ਜਿਹੜਾ ਹੁੰਦਾ ਹੈ, ਸਿਰਾ ਹੁੰਦਾ ਹੈ, ਉਹ ਠੋਡੀ ਦੇ ਥੱਲੇ ਰੱਖਦੇ ਆ, ਚਿੰਨ ਦੇ ਥੱਲੇ, ਤੇ ਦੂਸਰੇ ਪਾਸੇ ਆਪਣੇ ਸੱਜੇ ਹੱਥ ਨਾਲ ਜਾਂ ਖੱਬੇ ਹੱਥ ਨਾਲ ਪਕੜ ਕੇ ਸੱਜੇ ਹੱਥ ਨਾਲ ਵਜਾਉਂਦੇ ਨੇ ਡੰਡੇ ਜਿਹੇ ਦੇ ਨਾਲ, ਜਿਹਦੇ ਉੱਪਰ ਤਾਰ ਲੱਗੀ ਹੁੰਦੀ ਹੈ, ਜਿਵੇਂ ਮੈਂ ਤੁਹਾਨੂੰ ਕੱਲ ਫੋਟੋ ਵੀ ਦਿਖਾਈ ਸੀ। ਐਂਡ ਰੇਜ਼ਡ ਹਿਸ ਬੋ, ਤੇ ਉਸਨੇ ਆਪਣੇ ਉਹ ਬੋ ਚੱਕਿਆ। ਬੋ ਉਹਨੂੰ ਕਹਿੰਦੇ ਆ ਬੇਟਾ, ਇੱਕ ਹੱਥ 'ਚ ਤਾਂ ਵਾਇਲਨ ਹੋ ਗਈ ਤੇ ਦੂਜੇ ਹੱਥ ਦੇ ਵਿੱਚੋਂ ਜਿਹੜਾ ਡੰਡਾ ਜਿਹਾ ਹੁੰਦਾ ਜਿਹਦੇ ਉੱਪਰ ਲੱਗਿਆ ਹੁੰਦਾ ਉਸ ਨੂੰ ਬੋ ਕਹਿੰਦੇ ਆ, ਤੇ ਇਸ ਤਰ੍ਹਾਂ ਘੁਮਾ ਕੇ ਉਹ ਵਾਇਲਨ ਵਜਾਉਂਦੇ ਆ। ਤਾਂ ਉਹਨੇ ਆਪਣਾ ਬੋ ਉਠਾਇਆ। ਵਿਦ ਹੌਰਰ ਹੀ ਫੈਲਟ ਅ ਪਿਨ ਪੁਲਿੰਗ ਲੂਜ਼ ਇਨ ਦਾ ਬੈਕ ਆਫ ਹਿਸ ਸ਼ਰਟ, ਤਾਂ ਜਿਵੇਂ ਹੀ ਉਸਨੇ ਬੋ ਚੱਕਿਆ ਆਪਣੇ ਸੱਜੇ ਹੱਥ ਦੇ ਨਾਲ, ਥੋੜਾ ਜਿਹਾ ਨੈਚੁਰਲੀ ਉਹਨੂੰ ਉੱਪਰ ਤਾਂ ਲੈ ਕੇ ਜਾਣਾ ਪੈਣਾ ਸੀ ਨਾ ਸੱਜੇ ਹੱਥ ਨੂੰ ਵਾਇਲਨ ਤੱਕ, ਤਾਂ ਜਦੋਂ ਆਪਣਾ ਸੱਜਾ ਹੱਥ ਬੋ ਜਿਹਦੇ ਵਿੱਚ ਉਹਨੇ ਉਹ ਫੜਿਆ ਹੋਇਆ ਡੰਡਾ ਜਾਂ ਫੜਿਆ ਹੋਇਆ, ਤੇ ਉਹ ਜਦੋਂ ਉੱਪਰ ਲੈ ਕੇ ਗਿਆ ਤਾਂ ਉਹਨੂੰ ਕੀ ਲੱਗਿਆ ਕਿ ਪਿਨ ਇੱਕ ਲੂਜ਼ ਹੋ ਗਿਆ, ਪਿੱਛੇ ਜਿਹੜਾ ਪਿਨ ਲੱਗਿਆ ਹੋਇਆ ਸੀ ਲੂਜ਼ ਹੋ ਗਿਆ। ਇਨ ਦਾ ਬੈਕ ਆਫ ਹਿਸ ਸ਼ਰਟ, ਸ਼ਰਟ ਦੇ ਜਿਹੜਾ ਬੈਕ ਤੇ ਪਿਨ ਲੱਗਿਆ ਸੀ ਲੂਜ਼ ਹੋ ਗਿਆ, ਇੱਕ ਪਿਨ ਲੂਜ਼ ਹੋ ਗਿਆ, ਇੱਥੇ ਆਪ ਪਿਨ ਲਿਖਿਆ ਹੋਇਆ। ਬਟ ਹੀ ਰਿਕਾਰਡ, ਪਰ ਉਸਨੇ ਯਾਦ ਕੀਤਾ ਕਿ ਹਾਊ ਮੈਨੀ ਪਿਨਸ ਹੈਡ ਬੀਨ ਇਨਸਰਟਡ ਇਨ ਦਾ ਸ਼ਰਟ, ਕਿ ਪਿਨ ਤਾਂ ਬਹੁਤ ਸਾਰੇ ਲੱਗੇ ਹੋਏ ਆ ਸ਼ਰਟ ਦੇ ਪਿੱਛੇ। ਆਪਾਂ ਦੇਖਿਆ ਨਾ ਕਿ ਬਹੁਤ ਸਾਰੇ ਪਿਨ ਲਾਏ ਸੀ ਮਿਸਿਸ ਐਸਪਿਊਟਾ ਨੇ, ਤਾਂ ਸ਼ਰਟ ਦੇ ਪਿੱਛੇ ਇਨਸਰਟ ਕੀਤੇ ਗਏ ਨੇ, ਲਾਏ ਹੋਏ ਨੇ ਪਿਨ ਬਹੁਤ ਸਾਰੇ। ਐਂਡ ਥੋਟ, ਤੇ ਉਸਨੇ ਸੋਚਿਆ ਲੂਜ਼ਿੰਗ ਵਨ ਵੋਂਟ ਮੈਟਰ, ਕਿ ਇੱਕ ਪਿਨ ਲੂਜ਼ ਹੋਇਆ ਕੋਈ ਗੱਲ ਨਹੀਂ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤਾਂ ਇੱਕ ਪਿਨ ਦੇ ਲੂਜ਼ ਹੋਣ ਨਾਲ, ਇੱਕ ਪਿਨ ਗਿਰ ਗਿਆ ਨੀਚੇ ਕਿਤੇ ਚ ਲੂਜ਼ ਹੋ ਗਏ ਤਾਂ ਕੋਈ ਫਰਕ ਨਹੀਂ ਪੈਣਾ। ਵੋਂਟ ਮੈਟਰ, ਵੋਂਟ ਮੈਟਰ ਦਾ ਮਤਲਬ ਕੋਈ ਫਰਕ ਨਹੀਂ ਪੈਣਾ, ਕੋਈ ਗੱਲ ਨਹੀਂ ਹੋਣੀ, ਚਲੋ ਜੀ। ਤਾਂ ਫਿਲਿਪ ਸਟਾਰਟਡ ਟੂ ਪਲੇ, ਤਾਂ ਫਿਲਿਪ ਨੇ ਵਾਇਲਨ ਵਜਾਣੀ ਸਟਾਰਟ ਕਰਤੀ। ਐਟ ਫਰਸਟ ਹਿਸ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਤਾਂ ਸੱਜਾ ਹੱਥ ਉਸਦਾ ਵਾਇਲਨ ਦੇ ਉੱਪਰ ਚੱਲ ਰਿਹਾ ਸੀ ਬੋ ਦੇ ਨਾਲ, ਤਾਂ ਬੈਕ ਐਂਡ ਫੋਰਥ ਅੱਗੇ ਪਿੱਛੇ ਹੋ ਰਿਹਾ ਸੀਗਾ ਹੌਲੀ ਹੌਲੀ। ਦੈਨ ਮੋਰ ਸਵਿਫਟਲੀ, ਪਰ ਤੁਹਾਨੂੰ ਪਤਾ ਬੇਟਾ ਵਾਇਲਨ ਕਈ ਵਾਰੀ ਹੌਲੀ ਵਜਾਣੀ ਪੈਂਦੀ ਹੈ, ਜਦੋਂ ਹੌਲੀ ਮਿਊਜ਼ਿਕ ਆਉਂਦਾ, ਸਲੋ ਮਿਊਜ਼ਿਕ ਆਉਂਦਾ, ਜਦੋਂ ਫਾਸਟ ਮਿਊਜ਼ਿਕ ਆਉਂਦਾ ਵਾਇਲਨ ਤੇਜ਼ ਵਜਾਣੀ ਪੈਂਦੀ ਹੈ। ਤਾਂ ਜਦੋਂ ਉਸਨੂੰ ਵਾਇਲਨ ਤੇਜ਼ ਵਜਾਣੀ ਪਈ ਸੱਜੇ ਹੱਥ ਦੇ ਨਾਲ ਬੋ ਦੇ ਨਾਲ, ਸਵਿਫਟਲੀ ਤੇਜ਼ ਵਜਾਣੀ ਪਈ, ਫਿਰ ਕੀ ਹੋਇਆ? ਬਿਫੋਰ ਲੌਂਗ ਦਾ ਪਿਨਸ ਦੈਟ ਵਰ ਹੋਲਡਿੰਗ ਹਿਸ ਕਾਲਰ ਪੁਲਡ ਆਊਟ, ਤਾਂ ਜਿਹੜੇ ਪਿਨ ਉਹਦੇ ਕਾਲਰ ਕੰਨੀ ਲਾਏ ਹੋਏ ਸੀ, ਸ਼ਰਟ ਦੇ ਕਾਲਰ ਨੂੰ ਠੀਕ ਕਰਨ ਲਈ ਲਾਏ ਹੋਏ ਸੀ ਤਾਂ ਕਿ ਉਹ ਫਿੱਟ ਆ ਜੇ, ਤਾਂ ਫਿਰ ਕੀ ਹੋ ਗਿਆ? ਪੁਲਡ ਆਊਟ, ਸਾਰੇ ਨਿਕਲ ਗਏ ਉਹ, ਕਿਉਂਕਿ ਕਾਲਰ ਵਾਲੀ ਸਾਈਡ ਤੇ ਜ਼ੋਰ ਪਿਆ। ਜਦੋਂ ਬੈਕ ਐਂਡ ਫੋਰਥ ਉਹਦੀ ਅੱਗੇ ਪਿੱਛੇ ਬਾਹ ਮੂਵ ਹੋਈ ਤਾਂ ਉਹ ਜਿਹੜਾ ਕਾਲਰ ਦੇ ਪਿਨ ਲੱਗੇ ਸੀ ਸਾਰੇ ਨਿਕਲ ਗਏ, ਪੁਲਡ ਆਊਟ, ਬਾਹਰ ਨਿਕਲ ਗਏ। The loose large shirt collar began to creep up the back of Philip's head, ਤਾਂ ਹੁਣ ਉਹ ਜਿਹੜੇ ਕਾਲਰ ਵਾਲੀ ਸਾਈਡ ਦੀ
ਢਿੱਲੀ ਜੀ ਵੱਡੀ ਸਾਰੀ ਸ਼ਰਟ ਜਿਹੜੀ ਇਕੱਠੀ ਕਰਕੇ ਪਿੱਛੋਂ ਦੀ ਪਿੰਨ ਲਾ ਕੇ ਟੱਕ ਕੀਤੀ ਹੋਈ ਸੀ, ਲਗਾਈ ਹੋਈ ਸੀ, ਉਹ ਕ੍ਰੀਪ ਅਪ ਮਤਲਬ ਉਹ ਨਿਕਲੇ ਆਈ। ਦਾ ਬੈਕ ਆਫ ਫਿਲਿਪਸ ਹੈਡ, ਫਿਲਿਪ ਦੇ ਹੈਡ ਤੋਂ ਹੈਡ ਤੋਂ ਪਿੱਛੋਂ ਦੀ ਬਾਹਰ ਨਿਕਲੇ ਆਈ, ਅੱਗੇ ਵੱਲ ਨੂੰ ਨਿਕਲੇ ਆਈ। ਉਹ ਸਾਰਾ ਢਿੱਲੀ ਹੋ ਗਈ ਸ਼ਰਟ, ਪਿੱਛੋਂ ਜਿਹੜੀ ਕਸੀ ਹੋਈ ਸੀ ਪਿੰਨਾਂ ਦੇ ਨਾਲ, ਉਹ ਜਦੋਂ ਪਿੰਨ ਸਾਰੇ ਉਖੜ ਗਏ ਤਾਂ ਉਹ ਸਾਰੀ ਸ਼ਰਟ ਢਿੱਲੀ ਹੋ ਕੇ ਅੱਗੇ ਨਿਕਲੇ ਆਈ। ਦੈਨ ਦਾ ਅਨਰੂਲੀ ਸਲੀਵਸ ਗਰੂ ਲੂਜ਼ਰ, ਤਾਂ ਕਾਲਰ ਵਾਲਾ ਜਿਹੜਾ ਪਹਿਲਾਂ ਤਾਂ ਕਾਲਰ ਵਾਲੇ ਪਿੰਨ ਨਿਕਲੇ ਸਾਰੇ, ਫਿਰ ਜਿਹੜੀ ਬਾਜੂ ਵਾਲੇ ਪਿੰਨ ਲਾਏ ਹੋਏ ਸੀਗੇ ਸੱਜੀ ਪਾਸੇ ਦੇ ਉਹ ਵੀ ਸਾਰੇ ਲੂਜ਼ ਹੋ ਗਏ। ਸਲੀਵ ਦਾ ਮਤਲਬ ਬਾਜੂ, ਗਰੂ ਲੂਜ਼ਰ ਲੂਜ਼ ਹੋ ਗਏ ਐਂਡ ਲੋਂਗਰ, ਅਤੇ ਉਹੀ ਗੱਲ ਹੋਇਆ। ਸਡਨਲੀ ਦਾ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਤਾਂ ਫਿਰ ਕੀ ਹੋਇਆ, ਨੈਕ ਤੋਂ ਸਾਰੀ ਉਹਦੀ ਗਰਦਨ ਤੋਂ ਸਾਰੀ ਸ਼ਰਟ ਇੱਕ ਪਾਸੇ ਗਿਰ ਗਈ, ਜਿਹੜੀ ਸਾਰੀ ਇਕੱਠੀ ਕਰਕੇ ਪਿੰਨ ਲਾ ਕੇ ਫਿੱਟ ਕੀਤੀ ਹੋਈ ਸੀਗੀ, ਉਹ ਸਾਰੀ ਸ਼ਰਟ ਇੱਕ ਪਾਸੇ ਨੂੰ ਗਿਰ ਗਈ। ਤਾਂ ਹੁਣ ਕੀ ਹੋਇਆ, ਦਾ ਆਡੀਅੰਸ ਬਿਗਨ ਟੂ ਲਾਫ, ਜਿਹੜੀ ਆਡੀਅੰਸ ਜਿਹੜੇ ਦਰਸ਼ਕ ਸੀਗੇ ਹੱਸਣ ਲੱਗ ਪਏ। ਬਿਗਨ ਟੂ ਲਾਫ, ਉਹ ਤਾਂ ਹੱਸਣਾ ਹੀ ਸੀ, ਵਾਇਲਨ ਵਜਾਉਂਦੇ ਵਜਾਉਂਦੇ ਸ਼ਰਟ ਸਾਰੀ ਇੱਕ ਤਰ੍ਹਾਂ ਨਾਲ ਉਹਦੀ ਲੱਥ ਗਈ ਵਿਚਾਰੇ ਦੀ ਸਾਈਡ ਤੋਂ, ਤਾਂ ਸਾਰੀ ਆਡੀਅੰਸ ਹੱਸਣ ਲੱਗ ਗਈ। ਇਨ ਇੰਬੈਰਸਡ ਕਨਫਿਊਜ਼ਨ, ਤਾਂ ਹੁਣ ਦੇਖੋ ਇੰਬੈਰਸ ਹੋ ਗਿਆ ਵਿਚਾਰਾ, ਇੰਬੈਰਸ ਮਤਲਬ ਸ਼ਰਮਸ਼ਾਰ ਜਾ ਹੋ ਗਿਆ। ਤਾਂ ਫਿਲਿਪ ਭੁੱਲ ਗਿਆ ਵਟ ਹੀ ਵਾਸ ਪਲੇਇੰਗ ਐਂਡ ਸਟਾਪ ਕੰਪਲੀਟਲੀ, ਤਾਂ ਉਹ ਕੀ ਵਜਾ ਰਿਹਾ ਹੈ ਅਤੇ ਉਹ ਇੱਕਦਮ ਰੁਕ ਗਿਆ, ਕੰਪਲੀਟਲੀ ਪੂਰੀ ਤਰ੍ਹਾਂ ਰੁਕ ਗਿਆ। ਤਾਂ ਬਟ ਬੇਟਾ ਕੀ ਹੁੰਦਾ ਹੈ ਕਿ ਸਪੋਜ਼ ਕਰੋ ਕੋਈ ਬੱਚਾ ਆਪਾਂ ਖੜਾ ਕਰ ਦਈਏ ਪ੍ਰੇਅਰ ਦੇ ਵਿੱਚ, ਹੈ ਨਾ, ਉਹਨੂੰ ਕਹੀਏ ਕਿ ਹਾਂ ਵੀ ਅੱਜ ਦਾ ਵਿਚਾਰ ਸੁਣਾ, ਉਹਨੂੰ ਕਈ ਵਾਰੀ ਬੱਚੇ ਨੂੰ ਯਾਦ ਹੁੰਦਾ ਹੈ ਅੱਜ ਦਾ ਵਿਚਾਰ, ਪਰ ਤੁਹਾਡੇ ਚੋਂ ਹੀ ਕੋਈ ਸ਼ਰਾਰਤੀ ਬੱਚਾ ਹੱਸ ਪੈਂਦਾ ਹੈ ਉਹਨੂੰ ਦੇਖ ਕੇ, ਉਹ ਜਿਹੜਾ ਬੱਚਾ ਕਨਫਿਊਜ਼ ਹੋ ਜਾਂਦਾ ਹੈ, ਉਹਨੂੰ ਵਿਚਾਰ ਹੀ ਭੁੱਲ ਜਾਂਦਾ ਹੈ, ਤਾਂ ਫਿਰ ਉਹ ਵਿਚਾਰਾ ਟੋਟਲੀ ਬਲੈਂਕ ਹੋ ਜਾਂਦਾ ਹੈ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਕੱਲ ਦੀ ਪਰਸੋਂ ਦੀ ਜਿਹੜੀ ਅੱਜ ਦੇ ਵਿਚਾਰ ਦੀ ਟਰਾਈ ਕੀਤੀ ਸੀਗੀ, ਘਰੇ ਬੋਲ ਬੋਲ ਕੇ ਦੇਖਿਆ, ਉਹ ਕੀ ਬੋਲਿਆ ਸੀ ਭੁੱਲ ਜਾਂਦਾ ਬੱਚਾ। ਹੋ ਜਾਂਦਾ ਬੱਚਿਆਂ ਨਾਲ ਕਈ ਵਾਰੀ, ਹਰ ਇੱਕ ਬੱਚੇ ਨਾਲ ਆਪਣੀ ਲਾਈਫ 'ਚ ਹੁੰਦਾ ਜਦੋਂ ਪਹਿਲੀ ਵਾਰੀ ਸਟੇਜ ਤੇ ਬੱਚਾ ਆਉਂਦਾ, ਤਾਂ ਉਹਦੇ ਨਾਲ ਵੀ ਇਹੀ ਹੋਇਆ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਨੇ ਕੀ ਵਜਾਣਾ ਹੈ ਤੇ ਰੁਕ ਹੀ ਗਿਆ, ਸਟਾਪਡ ਕੰਪਲੀਟਲੀ। The disaster so upset him that he rushed off the stage and sulked in a dark corner. ਹੁਣ ਇਹ ਜਿਹੜਾ ਭਾਣਾ ਵਰਤਿਆ ਡਿਜ਼ਾਸਟਰ, ਉਹ ਉਸਨੂੰ ਇੰਨਾ ਦੁਖੀ ਕਰਤਾ, ਅਪਸੈਟ ਹਿਮ, ਇੰਨਾ ਦੁਖੀ ਕਰਤਾ ਕਿ ਉਹ ਭੱਜ ਕੇ ਸਟੇਜ ਤੋਂ ਨੀਚੇ ਉਤਰਿਆ ਆਇਆ, ਰਸ਼ ਆਫ ਦਾ ਸਟੇਜ ਤੋਂ ਨੀਚੇ ਆਇਆ, ਉਤਰਿਆ ਆਇਆ ਅਤੇ ਇੱਕ ਹਨੇਰੇ ਜੇ ਕੋਨੇ ਦੇ ਵਿੱਚ ਚੁੱਪ ਕਰਕੇ ਬੈਠ ਗਿਆ। ਸਲਕ ਦਾ ਮਤਲਬ ਹੁੰਦਾ ਬਿਨਾਂ ਗੱਲਬਾਤ ਕਰਨੀ, ਚੁੱਪ ਕਰਕੇ ਬੈਠ ਜਾਣਾ। ਫਾਈਟਿੰਗ ਬੈਕ ਟੀਅਰਸ ਹੀ ਮੰਬਲਡ ਗਲੂਮੀਲੀ, ਤਾਂ ਹੁਣ ਉਹ ਵਿਚਾਰਾ ਰੋ ਰਿਹਾ ਹੈ, ਫਾਈਟਿੰਗ ਬੈਕ ਟੀਅਰਸ, ਅੱਖਾਂ 'ਚ ਅੱਥਰੂ ਹੈ, ਅਤੇ ਉਹ ਬੜਾ ਹੀ ਮਤਲਬ ਦੁਖੀ ਹੋ ਕੇ ਬੁੜਬੜਾ ਰਿਹਾ ਹੈ। ਮੰਬਲ ਦਾ ਮਤਲਬ ਬੁੜਬੜਾਣਾ। ਆਈ ਵਿਸ਼ ਆਈ ਵਰ ਡੈਡ, ਕਾਸ਼ ਮੈਂ ਅੱਜ ਮਰ ਜਾਂਦਾ। ਤਾਂ ਦੇਖੋ ਹੁਣ ਉਹਦੀ ਵਿਚਾਰੇ ਦੀ ਬੇਇੱਜ਼ਤੀ ਹੋ ਗਈ ਨਾ, ਪੂਰੀ ਆਡੀਅੰਸ ਮਤਲਬ ਹੱਸ ਪਈ ਉਹਦੀ ਪਰਫਾਰਮੈਂਸ ਤੇ, ਕਿੱਥੇ ਉਹਦੀ ਪਰਫਾਰਮੈਂਸ ਤੇ ਤਾੜੀਆਂ ਵੱਜਣੀਆਂ ਸੀ, ਕਿਤੇ ਹਾਸਾ ਪੈ ਗਿਆ, ਤਾਂ ਫਰਕ ਤਾਂ ਪੈਣਾ ਹੀ ਹੈ, ਬੱਚਾ ਵਿਚਾਰਾ ਬੱਚਾ ਹੀ ਹੈ। ਤਾਂ ਹੁਣ ਉਹ ਸੋਚ ਰਿਹਾ ਆਈ ਵਿਸ਼ ਆਈ ਵਰ ਡੈਡ, ਤਾਂ ਦੇਖੋ ਬੇਟਾ ਉਹ ਆਪਣੀ ਹੁਣ ਵਿਸ਼ ਕਰ ਰਿਹਾ ਕਿ ਸ਼ਾਇਦ ਅੱਜ ਮੈਂ ਮਰ ਜਾਂਦਾ। ਤਾਂ ਆਏ ਦੇ ਨਾਲ ਬੇਟਾ ਇੱਥੇ ਦੇਖੋ ਵਰ ਲੱਗਿਆ, ਇਹ ਵਰ ਉਦੋਂ ਲੱਗਦਾ ਜਦੋਂ ਆਪਾਂ ਕੋਈ ਵਿਸ਼ ਕਰਦੇ ਹਾਂ, ਅਦਰਵਾਈਜ਼ ਤਾਂ ਆਏ ਦੇ ਨਾਲ ਵਾਜ਼ ਲੱਗਦਾ। ਰਿਫਰੈਸ਼ਮੈਂਟਸ ਵਾਸ ਸਰਵਡ ਆਫਟਰ ਦਾ ਕਨਸਰਟ, ਤਾਂ ਤੁਹਾਨੂੰ ਪਤਾ ਬੇਟਾ ਜਦੋਂ ਸਮਾਗਮ ਹੁੰਦਾ ਬੱਚਿਆਂ ਦਾ, ਤਾਂ ਸਮਾਗਮ ਤੋਂ ਬਾਅਦ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ, ਕੁਝ ਖਾਣਾ ਪੀਣਾ ਦਿੱਤਾ ਜਾਂਦਾ, ਤਾਂ ਉਹ ਖਾਣਾ ਪੀਣਾ ਦਿੱਤਾ ਗਿਆ ਸਮਾਗਮ ਤੋਂ ਬਾਅਦ। ਬਟ ਫਿਲਿਪ ਵਾਸ ਟੂ ਬਿਜ਼ੀ ਟੂ ਹੈਵ ਐਨੀ, ਪਰ ਫਿਲਿਪ ਤਾਂ ਇੰਨਾ ਜ਼ਿਆਦਾ ਵਿਚਾਰਾ ਬਿਜ਼ੀ ਸੀਗਾ ਆਪਣੇ ਆਪ 'ਚ ਕਿ ਉਹ ਕੁਝ ਲੈ ਸਕਦਾ ਜਾਂ ਕੁਝ ਖਾ ਸਕਦਾ। ਇੱਥੇ ਨੈਗੇਟਿਵ ਸੈਂਸ 'ਚ ਹੈ ਕਿ ਫਿਲਿਪ ਤਾਂ ਇੰਨਾ ਦੁਖੀ ਸੀ ਕਿ ਉਹਨੂੰ ਮਤਲਬ ਲੈਣਾ ਉਹਨੂੰ ਠੀਕ ਨਹੀਂ ਸਮਝਿਆ ਉਸਨੇ। ਹੀ ਮਿੰਗਲਡ ਵਿਦ ਦਾ ਕਰਾਊਡ ਐਜ਼ ਕੁਇਕਲੀ ਐਜ਼ ਹੀ ਕੁਡ, ਤਾਂ ਉਹ ਹੁਣ ਜਦੋਂ ਸਮਾਗਮ ਖਤਮ ਹੋਇਆ ਤਾਂ ਸਾਰਾ ਜਿਹੜੀ ਆਡੀਅੰਸ ਬੈਠੀ ਸੀ ਉਹਨੇ ਬਾਹਰ ਤਾਂ ਨਿਕਲਣਾ ਹੀ ਸੀਗਾ। ਤਾਂ ਤੁਹਾਨੂੰ ਪਤਾ ਜਿਵੇਂ ਆਪਾਂ ਫਿਲਮ ਦੇ ਸ਼ੋਅ ਦੇਖਣ ਜਾਈਏ ਕਿਸੇ ਸਿਨੇਮੇ ਦੇ ਵਿੱਚ, ਜਦੋਂ ਫਿਲਮ ਖਤਮ ਹੁੰਦੀ ਹੈ ਤਾਂ ਬਾਅਦ 'ਚ ਇੱਕ ਭੀੜ ਭੜੱਕਾ ਜਿਹਾ ਤਾਂ ਪੈਂਦਾ ਹੀ ਹੈ ਜਦੋਂ ਬਾਹਰ ਨਿਕਲਦੀ ਹੈ ਪਬਲਿਕ। ਤਾਂ ਉਹ ਜਿਹੜਾ ਕਰਾਊਡ ਜਿਹਾ ਸੀਗਾ, ਭੀੜ ਸੀਗੀ, ਉਹਦੇ ਵਿੱਚ ਹੀ ਉਹ ਮਿੰਗਲ ਹੋ ਗਿਆ, ਮਿਕਸ ਜਿਹਾ ਹੋ ਗਿਆ ਜਿੰਨੀ ਜਲਦੀ ਉਹ ਹੋ ਸਕੇ ਤਾਂ ਕਿ ਮੈਂ ਇੱਥੋਂ ਨਿਕਲਾਂ। ਹੋਪਿੰਗ ਟੂ ਅਵੋਇਡ ਮਿਸਟਰ ਐਸਪਿਊਟਾ, ਤਾਂ ਕਿ ਉਸ ਦੀ ਮਤਲਬ ਜਿਹੜੀ ਮੁਲਾਕਾਤ ਹੈ ਮਿਸਟਰ ਐਸਪਿਊਟਾ ਨਾਲ ਨਾ ਹੋ ਜੇ। ਤਾਂ ਦੇਖੋ ਉਸਨੂੰ ਆਪਣੇ ਹੁਣ ਟੀਚਰ ਦਾ ਤਾਂ ਖਤਰਾ ਹੈਗਾ ਹੀ ਸੀ ਨਾ, ਵੀ ਟੀਚਰ ਨੇ ਤਾਂ ਆਪਣੇ ਕਿੰਨੀਆਂ ਜ਼ਿਆਦਾ ਆਸਾਂ ਰੱਖੀਆਂ ਸੀ ਵੀ ਮੇਰਾ ਸਟੂਡੈਂਟ ਸੋਲੋ ਪਰਫਾਰਮੈਂਸ ਕਰੂਗਾ, ਉੱਥੇ ਵਾਇਲਨ ਵਜਾਊਗਾ ਤੇ ਮੇਰੀ ਵਾਹ-ਵਾਹ ਹੋਊਗੀ, ਸਟੂਡੈਂਟ ਦੀ ਵੀ ਹੋਊਗੀ ਤਾਂ ਟੀਚਰ ਦੀ ਵੀ ਤਾਂ ਹੁੰਦੀ ਹੈ। ਤਾਂ ਹੁਣ ਉਹ ਮਿਸਟਰ ਐਸਪਿਊਟਾ ਦਾ ਸਟੂਡੈਂਟ ਸੀ, ਤਾਂ ਹੁਣ ਉਹ ਮਿਸਟਰ ਐਸਪਿਊਟਾ ਦੇ ਨਾਲ ਨਜ਼ਰਾਂ ਨਹੀਂ ਸੀ ਮਿਲਾ ਸਕਦਾ ਕਿਉਂਕਿ ਉਹਨੇ ਤਾਂ ਸਾਰਾ ਗੁੜਗੋਬਰੀ ਕਰਤਾ ਆਪਣੀ ਪਰਫਾਰਮੈਂਸ ਦਾ। ਤਾਂ ਆਫਟਰ ਅ ਵਿਸਟਫੁਲ ਲੁੱਕ ਐਟ ਦਾ ਆਈਸਕ੍ਰੀਮ, ਤਾਂ ਹੁਣ ਉੱਥੇ ਜਿਹੜੀ ਰਿਫਰੈਸ਼ਮੈਂਟ ਸੀਗੀ ਉਹਦੇ 'ਚ ਕੀ ਆਈ ਹੋਈ ਸੀ, ਆਈਸਕ੍ਰੀਮ। ਤਾਂ ਆਈਸਕ੍ਰੀਮ ਖਾਣ ਨੂੰ ਦਿਲ ਤਾਂ ਵਿਚਾਰੇ ਦਾ ਕਰ ਰਿਹਾ ਸੀਗਾ। ਵਿਸਟਫੁਲ ਲੁੱਕ ਹੁੰਦੀ ਹੈ ਜਦੋਂ ਆਪਣੇ ਮਨ 'ਚ ਹੋਵੇ ਕਿ ਆਪਾਂ ਨੇ ਆਹ ਚੀਜ਼ ਕਰਨੀ ਹੈ ਪਰ ਆਪਾਂ ਉਹ ਕਰ ਨਾ ਪਾਈਏ, ਹੈ ਨਾ।
ਤਾਂ Philip was about to slink out when a booming voice behind him scoffed. Philip ਹਜੇ slink out ਮਤਲਬ ਚੁੱਪ ਕਰਕੇ ਬਾਹਰ ਜਾਣ ਹੀ ਲੱਗਿਆ ਸੀ ਜਦੋਂ ਇੱਕ ਭਾਰੀ ਜੀ ਆਵਾਜ਼ booming voice ਨੇ ਉਸ ਨੂੰ ਪਿੱਛੋਂ ਪੁਕਾਰਿਆ। scoff ਦਾ ਮਤਲਬ ਐ ਲੱਗਿਆ ਜਿਵੇਂ ਕੋਈ ਥੋੜੀ ਜੀ ਮਤਲਬ ਖਰਵੀਂ ਜੀ ਆਵਾਜ਼ 'ਚ ਬੋਲ ਰਿਹਾ ਹੈ। Well Philip, you made a nice mess of it. ਕਹਿੰਦੇ ਵਾਹ ਫਿਲਿਪ ਵਾਹ ਵੀ ਤੂੰ ਤਾਂ ਅੱਜ ਚੰਗਾ ਗੁੜ ਗੋਬਰ ਕਰਤਾ। You made a nice mess of it. ਜਦ ਆਪਾਂ ਕਿਸੇ ਕੰਮ ਦਾ ਗੁੜ ਗੋਬਰ ਕਰ ਦਈਏ, ਕੰਮ ਨੂੰ ਘੜਮ ਕਰ ਦਈਏ, ਉਹਨੂੰ ਕਹਿੰਦੇ ਆ ਜੀ you made a nice mess of it। ਤਾਂ ਇਹ ਤੁਸੀਂ ਸੈਂਟੈਂਸ ਆਪਣੀ ਰੋਜ਼ਾਨਾ ਦੀ ਲਾਈਫ 'ਚ ਯੂਜ਼ ਕਰ ਸਕਦੇ ਹੋ ਕਿ you made a nice mess of it, ਕਿ ਤੂੰ ਤਾਂ ਵਧੀਆ ਕੰਮ ਦਾ ਘੜਮ ਕਰਤਾ। Philip turned and found himself face to face with his glowering teacher. ਤਾਂ ਇਹ ਆਵਾਜ਼ ਕਿਹਦੀ ਸੀਗੀ? ਉਹਦੇ ਟੀਚਰ ਦੀ, ਮਿਸਟਰ ਐਸਪਿਊਟਾ ਦੀ। ਤਾਂ ਫਿਲਿਪ ਜਦੋਂ ਮੁੜਿਆ ਤੇ ਉਸਨੇ ਦੇਖਿਆ ਕਿ ਮੈਂ ਤਾਂ ਫੇਸ ਟੂ ਫੇਸ ਖੜਾ, ਮੇਰੇ ਸਾਹਮਣੇ ਖੜੇ ਨੇ ਮੇਰੇ ਗੁੱਸੇ 'ਚ ਟੀਚਰ ਖੜੇ ਨੇ। ਗਲੋਰਿੰਗ ਦਾ ਮਤਲਬ ਐਂਗਰੀ ਟੀਚਰ ਖੜੇ ਨੇ ਮੇਰੇ ਸਾਹਮਣੇ, ਉਹੀ ਮਿਸਟਰ ਐਸਪਿਊਟਾ ਖੜੇ ਨੇ। ਵਿਦ ਨੋ ਸਿੰਪਥੀ ਫॉर ਪੂਅਰ ਪੀਪਲ, ਤਾਂ ਹੁਣ ਉਸ ਫਿਲਿਪ ਦੇ ਪ੍ਰਤੀ ਕੋਈ ਹਮਦਰਦੀ ਨਾ ਦਿਖਾਉਂਦੇ ਹੋਏ, ਨੋ ਸਿੰਪਥੀ ਕੋਈ ਹਮਦਰਦੀ ਨਾ ਦਿਖਾਉਂਦੇ ਹੋਏ ਵਿਚਾਰੇ ਫਿਲਿਪ ਦੇ ਨਾਲ, ਮਿਸਟਰ ਐਸਪਿਊਟਾ ਕੰਟੀਨਿਊਡ ਅਨਰੀਜ਼ਨੇਬਲੀ। ਤਾਂ ਮਿਸਟਰ ਐਸਪਿਊਟਾ ਜਿਹੜੇ ਸੀਗੇ ਉਹ ਬਿਨਾਂ ਮਤਲਬ ਤੋਂ ਅਨਰੀਜ਼ਨੇਬਲ, ਜਿਹਦਾ ਕੋਈ ਮਤਲਬ ਨਹੀਂ ਸੀ, ਉਹ ਬੋਲਦੇ ਰਹੇ। ਨੋ ਰਿਫਰੈਸ਼ਮੈਂਟ ਫॉर ਯੂ, ਤੈਨੂੰ ਕੋਈ ਰਿਫਰੈਸ਼ਮੈਂਟ ਨਹੀਂ ਮਿਲੂਗੀ, ਤੈਨੂੰ ਕੋਈ ਆਈਸਕ੍ਰੀਮ ਨਹੀਂ ਮਿਲੂਗੀ। ਯੂ ਸ਼ੁਡ ਨਾਟ ਹੈਵ ਸਪੈਂਡ ਦਾ ਡੇ ਪਲੇਇੰਗ ਬਾਲ, ਤੈਨੂੰ ਸਾਰਾ ਦਿਨ ਬੇਸਬਾਲ ਨਹੀਂ ਸੀ ਖੇਡਣੀ ਚਾਹੀਦੀ। ਯੂ ਸ਼ੁਡ ਨਾਟ ਹੈਵ ਸਪੈਂਡ ਦਾ ਡੇ ਬਾਲ ਪਲੇਇੰਗ ਬਾਲ, ਸਾਰਾ ਦਿਨ ਤੂੰ ਬੇਸਬਾਲ ਖੇਡਦਾ ਰਿਹਾ। ਯੂ ਸ਼ੁਡ ਹੈਵ ਬੀਨ ਪ੍ਰੀਪੇਅਰਿੰਗ ਫॉर ਦਾ ਇੰਪੋਰਟੈਂਟ ਵਰਕ, ਤੈਨੂੰ ਆਪਣਾ ਆਫ ਦਾ ਈਵਨਿੰਗ, ਸ਼ਾਮ ਨੂੰ ਜਿਹੜਾ ਤੇਰਾ ਇੰਪੋਰਟੈਂਟ ਕੰਮ ਹੋਣਾ ਸੀ, ਜ਼ਰੂਰੀ ਕੰਮ ਹੋਣਾ ਚਾਹੀਦਾ, ਤੈਨੂੰ ਉਹਦੇ ਲਈ ਤਿਆਰ ਹੋਣਾ ਚਾਹੀਦਾ ਸੀ। ਯੂ ਸ਼ੁਡ ਹੈਵ ਬੀਨ ਪ੍ਰੀਪੇਅਰਿੰਗ, ਤਿਆਰ ਹੋਣਾ ਚਾਹੀਦਾ ਸੀ। ਯੂ ought to be ashamed, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤਾਂ ਬੇਟਾ ਆਪਾਂ ਕਹਿੰਦੇ ਨਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਪੰਜਾਬੀ 'ਚ, ਤਾਂ ਉਹਦੀ ਇੰਗਲਿਸ਼ ਕੀ ਹੁੰਦੀ ਹੈ? ਯੂ ought to be ashamed। ਤਾਂ ਕਈ ਸੈਂਟੈਂਸਿਸ ਇਸ 'ਚ ਐਸੇ ਨੇ ਜੋ ਅਸੀਂ ਆਮ ਪੰਜਾਬੀ 'ਚ ਬੇਟਾ ਰੋਜ਼ਾਨਾ ਦੀ ਜ਼ਿੰਦਗੀ 'ਚ ਬੋਲਦੇ ਹਾਂ। ਤਾਂ ਬੇਟਾ ਇੱਥੇ ਇਸ ਪੈਰੇ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ ਇੱਥੇ ਕਿਹਾ ਹੋਇਆ ਅਨਰੀਜ਼ਨੇਬਲੀ, ਤਾਂ ਗੱਲ ਬਿਲਕੁਲ ਠੀਕ ਹੈ। ਚਲੋ ਆਪਾਂ ਮੰਨਦੇ ਹਾਂ ਕਿ ਫਿਲਿਪ ਦਾ ਦੋਸ਼ ਸੀਗਾ ਕਿ ਉਹ ਸਾਰਾ ਦਿਨ ਬੇਸਬਾਲ ਖੇਲਦਾ ਰਿਹਾ, ਉਸਨੂੰ ਆਪਣੀ ਡਰੈਸ ਪਹਿਲਾਂ ਤਿਆਰ ਕਰਨੀ ਚਾਹੀਦੀ ਸੀ ਜਿਸ ਦਿਨ ਉਹਦਾ ਸਮਾਗਮ ਸੀ। ਲੇਕਿਨ ਇਹਦੇ ਵਿੱਚ ਉਹਦਾ ਕਸੂਰ ਇਸ ਕਰਕੇ ਵੀ ਹੋ ਗਿਆ ਵਿਚਾਰੇ ਦਾ, ਜਿਹੜੀ ਸ਼ਰਟ ਨੇ ਪੰਗਾ ਪਾਇਆ। ਜੇ ਸ਼ਰਟ ਉਹਦੀ ਸਹੀ ਹੁੰਦੀ ਜਾਂ ਉਹਦੇ ਬਟਨ ਨਾ ਨਿਕਲਦੇ, ਪਿੰਨ ਨਾ ਨਿਕਲਦੇ, ਤਾਂ ਉਹ ਤਾਂ ਬਹੁਤ ਅੱਛਾ ਵਾਇਲਨ ਉਸ ਟਾਈਮ ਵਜਾ ਰਿਹਾ ਸੀ। ਤਾਂ ਜਦੋਂ ਆਡੀਅנס ਹੱਸੀ ਉਸ ਟਾਈਮ ਉਹ ਵਿਚਾਰਾ ਸਾਰਾ ਕੁਝ ਭੁੱਲਿਆ। ਇਸ ਕਰਕੇ ਇੱਥੇ ਕਿਹਾ ਗਿਆ ਬਿਨਾਂ ਮਤਲਬ ਤੇ ਮਿਸਟਰ ਐਸਪਿਊਟਾ ਨੇ ਇੰਨੀਆਂ ਗੱਲਾਂ ਫਿਲਿਪ ਨੂੰ ਕਹੀਆਂ। ਤਾਂ ਫਿਲਿਪ hung his head, ਫਿਲਿਪ ਨੇ ਆਪਣਾ ਸਿਰ ਨੀਚੇ ਕੀਤਾ, ਸਾਈਡ ਹੈਵਲੀ, ਹੋਕੇ ਜੇ ਲਏ, ਐਂਡ ਟਰਜਿਡ ਹੋਮ, ਅਤੇ ਘਰ ਭੱਜ ਗਿਆ ਜਲਦੀ ਜਲਦੀ। The incident left such an impression on him that he always remembered it. ਹੁਣ ਇਹ ਘਟਨਾ ਨੇ ਉਸ ਦੇ ਉੱਪਰ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਪਾਇਆ, ਇਸ ਤਰ੍ਹਾਂ ਦਾ ਅਸਰ ਪਾਇਆ ਕਿ ਹੁਣ ਉਹ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੇਗਾ। He never again tried to mix work and play. ਤਾਂ ਬਾਅਦ ਦੇ ਵਿੱਚ ਆਪਣੀ ਜ਼ਿੰਦਗੀ 'ਚ ਉਸਨੇ ਕਦੇ ਵੀ ਕੰਮ ਨੂੰ ਆਪਣੀ ਖੇਡ ਦੇ ਨਾਲ ਮਿਕਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨੈਵਰ ਟਰਾਈਡ, ਵਰਕ ਨੂੰ ਵਰਕ ਸਮਝਿਆ, ਪਲੇ ਨੂੰ ਪਲੇ ਦੇ ਨਾਲ ਡੀਲ ਕੀਤਾ। ਜਦੋਂ ਖੇਡਣਾ ਤਾਂ ਖੇਡਣਾ, ਜੇ ਵਰਕ ਹੈ ਤਾਂ ਫਿਰ ਪਲੇ ਤੇ ਵਰਕ ਨੂੰ ਆਪਾਂ ਨੇ ਇਕੱਠੇ ਨਹੀਂ ਕਰਨਾ। ਇਹੋ ਜਿਹਾ ਕੰਮ ਉਹਨੇ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਨਹੀਂ ਕੀਤਾ, ਤਾਂ ਸਬਕ ਸਿੱਖਿਆ ਉਸਨੇ। ਤਾਂ ਬੇਟਾ ਤੁਸੀਂ ਵੀ ਦੇਖੋ ਕਿ ਜਦ ਆਪਾਂ ਨੇ ਕੋਈ ਪੜ੍ਹਨਾ ਹੈ ਤਾਂ ਉਸ ਟਾਈਮ ਪੜ੍ਹਨਾ ਹੀ ਹੈ, ਤਾਂ ਖੇਡਾਂ ਖੇਡ ਖਿਡਾਰੀਆਂ ਨਹੀਂ ਹੋਣੀਆਂ ਚਾਹੀਦੀਆਂ। ਹਾਂ, ਜਦੋਂ ਤੁਸੀਂ ਖੇਡਣਾ ਚਾਹੁੰਦੇ ਹੋ ਤਾਂ ਖੇਡ ਵੀ ਸਕਦੇ ਹੋ। ਤਾਂ ਏਦਾਂ ਦੀ ਫਿਲਿਪ ਦੀ ਇਸ ਘਟਨਾ ਦੇ ਨਾਲ ਸਾਡੇ ਸਟੂਡੈਂਟਸ ਨੂੰ ਵੀ ਥੋੜੀ ਜਿਹੀ ਸਬਕ ਲੈਣਾ ਚਾਹੀਦਾ ਹੈ ਕਿ ਜਿਹੜਾ ਵੀ ਸਾਡਾ ਟੈਸਟ ਹੁੰਦਾ ਹੈ ਉਹਦਾ ਇੱਕ ਤਰ੍ਹਾਂ ਦਾ ਟੈਸਟ ਹੀ ਸੀ ਨਾ, ਜਿਹੜਾ ਪਰਫਾਰਮੈਂਸ ਉਹਦੀ ਹੋਣੀ ਸੀ ਉਹ ਟੈਸਟ ਪਰਫਾਰਮੈਂਸ ਹੀ ਸੀਗੀ। ਲੇਕਿਨ ਉਸਨੇ ਆਪਣੇ ਉਸ ਟੈਸਟ ਪਰਫਾਰਮੈਂਸ ਦੀ ਤਿਆਰੀ ਨਹੀਂ ਕੀਤੀ, ਆਪਣੀ ਡਰੈਸਅਪ ਦੀ ਤਿਆਰੀ ਨਹੀਂ ਕੀਤੀ, ਤੇ ਅਲਟੀਮੇਟਲੀ ਉਹ ਪਰਫਾਰਮੈਂਸ ਨਹੀਂ ਦੇ ਪਾਇਆ ਜਿਸ ਦਾ ਉਹ ਹੱਕਦਾਰ ਸੀ। ਉਹ ਟੈਲੈਂਟਡ ਸੀ, ਬਹੁਤ ਅੱਛਾ ਵਜਾਉਂਦਾ ਸੀ ਵਾਇਲਨ, ਲੇਕਿਨ ਉਦੋਂ ਨੂੰ ਤਾਂ ਵਾਇਲਨ ਵਜਾਈ ਨਹੀਂ ਗਈ। ਚਲੋ ਜੀ ਅੱਗੇ। But that was not the last time that he got himself into trouble with Mr. Esputa. ਕਹਿੰਦੇ ਸਿਰਫ ਇਹ ਆਖਰੀ ਵਾਰੀ ਨਹੀਂ ਸੀ ਕਿ ਜਿਸ ਨਾਲ ਮਿਸਟਰ ਐਸਪਿਊਟਾ ਦੇ ਨਾਲ ਉਹਦਾ ਰੌਲਾ ਪਿਆ। Got himself into trouble ਮਤਲਬ ਫੇਰ ਉਹਦਾ ਮਿਸਟਰ ਐਸਪਿਊਟਾ ਨਾਲ ਫੇਰ ਇੱਕ ਵਾਰੀ ਰੌਲਾ ਪਿਆ। ਕੀ ਹੋਇਆ ਕਿ one day when Philip was 12, ਤਾਂ ਉਸ ਟਾਈਮ ਉਹ 12 ਸਾਲਾਂ ਦਾ ਸੀ। ਜਦੋਂ ਫਿਲਿਪ 12 ਸਾਲਾਂ ਦਾ ਸੀ, both he and his teacher were feeling tired and cross. ਤਾਂ ਉਹ ਤੇ ਉਸਦਾ ਟੀਚਰ, ਉਹੀ ਹਿਸ ਟੀਚਰ ਕੌਣ ਹੈ ਜੀ? ਮਿਸਟਰ ਐਸਪਿਊਟਾ। ਤਾਂ ਮਿਸਟਰ ਐਸਪਿਊਟਾ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਸੀ ਅਤੇ ਥੱਕ ਗਏ ਸੀ, ਅੱਕ ਗਏ ਸੀ। ਐਂਡ ਕ੍ਰਾਸ, ਦੇ ਗੋਟ ਇਨਟੂ ਅ ਹੀਟਡ ਆਰਗੂਮੈਂਟ ਓਵਰ ਅ ਟ੍ਰਾਈਫਲ। ਟ੍ਰਾਈਫਲ ਦਾ ਮਤਲਬ ਹੁੰਦਾ ਬੇਟਾ ਛੋਟੀ ਜੀ ਗੱਲ।
कि एक छोटी जी गल ते उन्हां दा वाद विवाद हो गया, हीटेड आर्गूमेंट, मतलब कुछ गल्लां उहने बोलियां, कुछ गल्लां उहदे टीचर ने बोलियां, तां बोल बलारा हो गया। एज अ रिजल्ट वजों की होया, फिलिप रिटर्नड होम कन्विंस्ड, फिलिप घर आ गया ਇਹ ਵਿਸ਼ਵਾਸ ਕਰਦੇ ਹੋਏ, ਕਨਵਿੰਸ ਦਾ ਮਤਲਬ ਇਹ ਵਿਸ਼ਵਾਸ ਧਾਰਦੇ ਹੋਏ that he no longer wanted to take music lessons, ਕਿ ਉਹ ਦੁਬਾਰਾ ਮਿਊਜ਼ਿਕ ਦੇ ਲੈਸਨਸ ਨਹੀਂ ਸਿੱਖੇਗਾ। ਟੀਚਰ ਨਾਲ ਰੋਲਾ ਪੈ ਗਿਆ, ਜਦੋਂ ਮਿਊਜ਼ਿਕ ਟੀਚਰ ਨਾਲ ਹੀ ਰੋਲਾ ਪੈ ਗਿਆ ਤਾਂ ਉਹਨੇ ਸੋਚ ਲਿਆ ਵੀ ਮੈਂ ਹੁਣ ਮਿਊਜ਼ਿਕ ਦੀ ਪੜ੍ਹਾਈ ਨਹੀਂ ਕਰਨੀ। ਬਸ ਇੱਕ ਵਾਰੀ ਤਾਂ ਪਹਿਲਾਂ ਹੀ ਹੋ ਗਿਆ ਸੀ, ਕਿਉਂਕਿ ਮਿਸਟਰ ਐਸਪਿਊਟਾ ਨੇ ਉਹਦੀ ਡਾਂਟ ਚੰਗੀ ਲਗਾਈ ਸੀਗੀ ਪਰਫਾਰਮੈਂਸ ਤੋਂ ਬਾਅਦ। ਇੱਕ ਵਾਰੀ ਫੇਰ 1-2 ਦਿਨਾਂ ਬਾਅਦ ਆ ਗੱਲ ਹੋ ਗਈ ਤਾਂ ਮਨ 'ਚ ਤਾਂ ਗੱਲ ਪਹਿਲਾਂ ਹੀ ਸੀਗੀ, ਤਾਂ ਫਿਰ ਉਸਨੇ ਸੋਚ ਲਿਆ ਮੈਂ ਤਾਂ ਹੁਣ ਮਿਊਜ਼ਿਕ ਕਲਾਸ ਲੈਣੀ ਹੋਣੀ। घर आ गया जी, ਤੇ ਉਸਨੇ ਹੀ ਡਿਸਕਸ ਦਾ ਮੈਟਰ ਵਿਦ ਹਿਸ ਫਾਦਰ, ਉਹਨੇ ਆਪਣੇ ਫਾਦਰ ਦੇ ਨਾਲ ਇਹ ਸਾਰਾ ਮਾਮਲਾ ਦੱਸਿਆ, ਡਿਸਕਸ ਕੀਤਾ, ਵਿਚਾਰ ਕੀਤਾ। ਵੈਲ ਕਮੈਂਟਡ ਮਿਸਟਰ ਸੋਸਾ, ਤਾਂ ਮਿਸਟਰ ਸੋਸਾ ਨੇ ਕਮੈਂਟ ਕੀਤਾ, ਬੋਲੇ ਉਹ ਚਲ ਠੀਕ ਹੈ, ਇਟ ਸੀਮਸ ਦੈਟ ਯੂ ਡੂ ਨਾਟ ਵਾਂਟ ਟੂ ਬੀ ਅ ਮਿਊਜ਼ੀਸ਼ੀਅਨ, ਕਹਿੰਦੇ ਐ ਲੱਗਦਾ ਕਿ ਤੂੰ ਹੁਣ ਮਿਊਜ਼ੀਸ਼ੀਅਨ ਸੰਗੀਤਕਾਰ बनना नहीं चाहता। इज देयर एनीथिंग एल्स यू वुड प्रेफर टू बी, कि कोई ऐसी चीज है, इज मुरे लग्या हुआ है क्वेश्चन मार्क है, कहते की एनीथिंग एल्स, कोई अजिही कोई होर चीज भी है, यू वुड प्रेफर टू बी, जो तू बनना पसंद करेगा, प्रेफर करेगा। यस, फिलिप ने कहा हाँ, आई वॉन्ट टू बी अ बेकर, कहता मैं बेकर बनना चाहना। ना बेकर की हुंदा बेटा, जिवें बेकिंग आइटम्स हुंदियां ने कन्फैक्शनरी दी, है ना, जिथे के पेस्ट्रियां मिलदियां ने, पिज़्ज़ा बर्गर है ਜਾਂ कुछ मिलता है, ब्रेड मिलती है, ਉਹਨੂੰ ਆਪਾਂ ਬੇਕਰ ਕਹਿੰਦੇ ਆ। ਉਹ ਆਪਣੇ ਸ਼ਹਿਰ ਨਾਭੇ 'ਚ ਵੀ ਬਹੁਤ ਸਾਰੇ ਬੇਕਰ ਹੈ, ਹੁਣ ਤਾਂ ਪਿੰਡਾਂ 'ਚ ਵੀ ਆ ਗਏ। ਤਾਂ ਮਿਸਟਰ ਸੋਸਾਸ ਆਈਬ੍ਰੋਜ਼ ਫਲੂ ਅਪ, ਤਾਂ ਉਹਦੇ ਜਿਹੜੀ ਫਾਦਰ ਦੀਆਂ ਆਈਬ੍ਰੋਜ਼ ਹੈ, ਭਰਵੱਟੇ ਨੇ, ਉੱਪਰ ਨੂੰ ਚੜ ਗਏ। ਆ ਬੇਕਰ, ਗੱਲ ਸੁਣ ਕੇ ਕਿ ਤੂੰ ਬੇਕਰ बनना है, ਤੂੰ ਹੁਣ ਬ੍ਰੈਡਾਂ ਬਣਾਇਆ ਕਰੇਗਾ। ਹੀ ਆਸਕਡ ਇਨ ਸਰਪ੍ਰਾਈਜ਼, ਤਾਂ ਉਸਨੇ ਸਰਪ੍ਰਾਈਜ਼ ਹੋ ਕੇ ਪੁੱਛਿਆ, हैरान होकर पूछा, यस अ बेकर, हाँ मैं बेकर बनना चाहूंगा। फिलिप आंसर्ड फर्मली, बहुत ही मतलब फर्म होके, मजबूत होके उन्हें आंसर दिता, बड़े दृढ़ता नाल आंसर दिता कि हाँ मैं बेकर बनना है। इफ दैट इज व्हाट यू वांट, रिप्लाइड मिस्टर सोसा, कहते जेकर तू ठीक है हुण धार ही लिया, इफ दैट इज व्हाट यू वांट, जेकर तू धार ही लिया कि तू बेकर बनना है, मिस्टर सोसा ने उत्तर दिता, आई विल सी व्हाट आई कैन डू टू गेट यू अ सुटेबल पोजीशन इन अ बेकरी। चलो मैं फिर तेरा काम सैट करदा, आई विल सी व्हाट आई कैन डू, मैं की कर सकदा, मैं देखदा ਤਾਂ ਕਿ ਤੈਨੂੰ ਬੇਕਰੀ ਦੇ ਵਿੱਚ ਇੱਕ ਸਹੀ ਪੋਜੀਸ਼ਨ ਮਿਲ ਜੇ। ਨੈਚੁਰਲੀ ਬੇਕਰ ਬਣਨ ਦੇ ਲਈ ਪਹਿਲਾਂ ਬੇਕਰੀ ਦੀਆਂ ਆਈਟਮਸ ਬਣਾਉਣ ਦੀਆਂ ਸਾਨੂੰ ਤਜਰਬਾ ਤਾਂ ਹੋਣਾ ਚਾਹੀਦਾ ਨਾ, ਐਂ ਥੋੜੀ ਆਪਾਂ ਬੇਕਰ ਬਣ ਜਾਾਂਗੇ। ਤਾਂ ਹੁਣ ਉਹ ਮਿਸਟਰ ਸੋਸਾ ਹੀ ਕਹਿ ਰਹੇ ਨੇ, ਕਹਿੰਦੇ ਚਲ ਦੇਖਦਾ ਮੈਂ ਬੇਕਰੀ 'ਚ ਤੇਰੀ ਕੋਈ, ਜਿੱਥੇ ਬੇਕਰੀ ਹੈ, ਜਿੱਥੇ ਆ ਸਾਰਾ ਕੁਝ ਕੰਮ ਹੁੰਦਾ ਹੈ, ਬ੍ਰੈਡਾਂ ਵਗੈਰਾ ਬਣਦੀਆਂ ਨੇ, ਉੱਥੇ ਤੇਰੀ ਕੋਈ ਜਗ੍ਹਾ ਜੁਗਾ ਦੇਖਦਾ, ਉੱਥੇ ਤੇਰੀ ਸੈਟਿੰਗ ਕਰਦਾ ਮੈਂ ਜਾ ਕੇ। ਆਈ ਵਿਲ ਗੋ, ਮੈਂ ਜਾਣਾ ਹਾਂ, ਐਂਡ ਅਟੈਂਡ ਟੂ ਇਟ ਰਾਈਟ ਅਵੇ, ਅਤੇ ਹੁਣੀ ਤੇਰਾ ਮਾਮਲਾ ਸੈੱਟ ਕਰਕੇ ਆਣਾ, ਮਤਲਬ ਤੇਰੀ ਸੀਟ ਬਣਾ ਕੇ ਆਣਾ, ਉੱਥੇ ਵੀ ਤੂੰ ਬੇਕਰੀ ਤੇ ਜਾ ਸਕੇ। ਐਂਡ ਹੀ ਵੈਂਟ ਆਊਟ ਆਫ ਹਿਸ ਹਾਊਸ, ਅਤੇ ਉਹ ਆਪਣੇ ਘਰ ਤੋਂ ਵਾਪਸ ਬਾਹਰ ਚਲੇ ਗਏ। ਨਾ ਬੇਟਾ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਫਿਲਿਪ ਨੇ ਘਰੇ ਆ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਮੈਂ ਮਿਊਜ਼ੀਸ਼ੀਅਨ ਨਹੀਂ ਬਣਨਾ, ਮੈਂ ਤਾਂ ਬੇਕਰ ਬਣੂੰਗਾ, ਤਾਂ ਇੱਥੇ ਪਿਤਾ ਨੇ ਕੋਈ ਡਾਂਟ ਡਪਟ ਨਹੀਂ ਲਾਈ। ਆਮ ਤੌਰ ਤੇ ਕੀ ਹੁੰਦਾ, ਜੇ ਤੁਸੀਂ ਘਰੇ ਆ ਕੇ ਆਪਣੇ ਪੇਰੈਂਟਸ ਨੂੰ ਕਹੋ ਮੈਂ ਤਾਂ ਜੀ ਆਹ ਕੰਮ ਨਹੀਂ ਕਰਨਾ, ਆਹ ਕੰਮ ਕਰਨਾ ਹੈ, ਤੇ ਜੇਕਰ ਤੁਹਾਡੇ ਪੇਰੈਂਟਸ ਨੂੰ ਉਹ ਚੀਜ਼ ਅੱਛੀ ਨਾ ਲੱਗੇ ਤਾਂ ਆਪਣੀ ਡਾਂਟ ਡਪਟ ਲੱਗ ਜਾਂਦੀ ਹੈ। ਲੇਕਿਨ ਦੇਖੋ ਇੱਥੇ ਉਹਦੇ ਫਾਦਰ ਇੰਨੇ ਸਿਆਣੇ ਸੀ, ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮੇਰਾ ਬੇਟਾ ਫਿਲਿਪ ਹੈ ਇਹ ਟੈਲੈਂਟਡ ਹੈ, ਬਹੁਤ ਅੱਛੀ ਵਾਇਲਨ ਵਜਾ ਲੈਂਦਾ ਹੈ, ਮਿਊਜ਼ੀਸ਼ੀਅਨ ਬਣ ਸਕਦਾ ਆਪਣੀ ਲਾਈਫ 'ਚ, ਇਹਦੇ 'ਚ ਉਹ ਸਾਰੇ ਹੁਨਰ ਹੈ, ਟੈਲੈਂਟ ਹੈ। ਲੇਕਿਨ ਉਹਨਾਂ ਨੇ ਕੁਛ ਨਹੀਂ ਕਿਹਾ, ਠੀਕ ਹੈ, ਉਹਨਾਂ ਨੂੰ ਹੈਰਾਨੀ ਤਾਂ ਹੋਈ, ਲੇਕਿਨ ਉਹਨਾਂ ਨੇ ਕਿਹਾ ਕਿ ਚੱਲ ਠੀਕ ਹੈ, ਮੇਰਾ ਬੇਟਾ ਮਿਊਜ਼ੀਸ਼ੀਅਨ ਨਹੀਂ ਬਣਨਾ ਚਾਹੁੰਦਾ, ਇਹਨੂੰ ਆਪਾਂ ਬੇਕਰੀ ਦਾ ਸਵਾਦ ਇੱਕ ਵਾਰੀ ਚਖਵਾ ਦਿਓ ਵੀ ਬੇਕਰੀ ਕਿਹੋ ਜਿਹੀ ਹੁੰਦੀ ਹੈ। ਉਹ ਕਹਿੰਦੇ ਚੱਲ ਠੀਕ ਹੈ, ਮੈਂ ਹੁਣੀ ਤੇਰੀ ਸੈਟਿੰਗ ਕਰਕੇ ਆਉਣਾ, ਤੇਰੀ ਬੇਕਰੀ 'ਚ ਮੈਂ ਤੇਰੀ ਲਵਾਨਾ, ਉੱਥੇ ਮੈਂ ਪ੍ਰੈਕਟਿਸ ਕਰਵਾਉਣਾ ਵੀ ਤੇਰੀ ਬੇਕਰੀ, ਤੈਨੂੰ ਬੇਕਰੀ ਕਰਨੀ ਆ ਜੇ। ਚਲੋ ਜੀ, ਸੂਨ ਮਿਸਟਰ ਸੋਸਾ ਕਮ ਬੈਕ, ਤਾਂ ਮਿਸਟਰ ਸੋਸਾ ਜਲਦੀ ਵਾਪਸ ਆ ਗਏ। ਵੈਲ ਸਨ, ਤਾਂ ਠੀਕ ਹੈ ਪੁੱਤਰ, ਹੀ ਇਨਫੋਰਮ ਫਿਲਿਪ ਨੂੰ ਉਹਨਾਂ ਨੇ ਦੱਸਿਆ, I have been talking to Charlie the baker, ਕਹਿੰਦੇ ਮੈਂ ਚਾਰਲੀ ਨਾਲ ਗੱਲ ਕਰਕੇ ਆਇਆ। ਤਾਂ ਚਾਰਲੀ ਕੌਣ ਹੈ ਜੀ? ਬੇਕਰ ਹੈ ਜੀ, ਉਹਨਾਂ ਦੇ ਸ਼ਹਿਰ ਦਾ ਚਾਰਲੀ ਬੇਕਰ, ਜਿਵੇਂ ਆਪਣੇ ਨਾਭੇ 'ਚ ਕੁਆਲਿਟੀ ਬੇਕਰ ਹੈ, ਬਹੁਤ ਸਾਰੇ ਹੈ, ਠੀਕ ਹੈ। ਤਾਂ ਚਾਰਲੀ ਕਿਸੇ ਦੁਕਾਨ ਦਾ ਨਾਮ ਹੋਏਗਾ, ਉੱਥੇ ਉਹ ਦੁਕਾਨ ਦਾ ਜਿਹੜਾ ਮੁਖੀ ਹੋਏਗਾ ਉਹਦਾ ਨਾਮ ਚਾਰਲੀ ਹੋਏਗਾ, ਤੇ ਚਾਰਲੀ ਮੇ ਵੀ ਫਰੈਂਡ ਹੋਵੇ ਮਿਸਟਰ ਸੋਸਾ ਦਾ। ਕਹਿੰਦੇ ਜਿਹੜਾ ਚਾਰਲੀ ਬੇਕਰ ਆ ਉਹਦੇ ਨਾਲ ਮੈਂ ਗੱਲ ਕਰਿਆ ਆ, ਹਿਸ ਸ਼ੌਪ ਇਜ਼ ਅ ਫਿਊ ਬਲੌਕਸ ਅਵੇ, ਉਹਦੀ ਜਿਹੜੀ ਸ਼ੌਪ ਹੈ ਉਹ ਆਪਣੇ ਘਰ ਤੋਂ ਥੋੜੀ ਜਿਹੀ ਦੂਰ ਤੇ ਹੀ ਹੈ, ਥੋੜੀ ਜਿਹੀਆਂ ਬਿਲਡਿੰਗਾਂ ਛੱਡ ਕੇ ਹੀ ਹੈ। ਐਂਡ ਹੀ ਵਿਲ ਬੀ ਗਲੈਡ ਟੂ ਟੀਚ ਯੂ ਹਾਊ ਟੂ ਬੇਕ ਬ੍ਰੈਡ ਐਂਡ ਪਾਈਜ਼, ਅਤੇ ਉਹ ਬੜਾ ਖੁਸ਼ ਹੋਏਗਾ। ਕੌਣ? ਹੀ ਦਾ ਮਤਲਬ ਇੱਥੇ ਕੀ ਹੈ? ਚਾਰਲੀ।
कि चार्ली बड़ा खुश होएगा, ग्लैड ग्लैड का मतलब खुश होएगा कि वो तेनू सिखा सके हाउ टू बेक ब्रैड, कि ब्रैड नू बेक किवें करीदा है अते पाईज पाई किवें बनाई दी है। हुण पाई तां तुसीं खाधी है बेटा। ही इज एक्सपैक्टिंग यू टुनाइट एट 8:30, तां अज वो तुहानू 8:30 बजे मिलेगा शाम दे, मतलब रात दे, रात ही होगी 8:30 बजे तेनू शाम नू मिलूगा वो, टुनाइट रात नू 8:30 बजे मिलूगा। गुड, वधिया, फिलिप ने कहा, बट विद लिटिल एंथुजियाज्म। एंथुजियाज्म का मतलब उत्साह। तो फिलिप ने कहा चल ठीक है वधिया, पर ਉਹਦੀ आवाज ਦੇ ਵਿੱਚ उत्साह नहीं सी। ਇੱਥੋਂ ਹੁਣ पता लगता है कि उत्साह की कमी सी ਉਹਦੀ आवाज से। क्यों कमी सी? बेसिकली फिलिप तो म्यूजिकली बनया सी, वो तो म्यूजिशियन सीगा, लेकिन ठीक है ਉਹਦੀ अपनी टीचर नाल माड़ी खटपट हो गई, ਤੇ ਜਦੋਂ टीचर नाल खटपट ਹੁੰਦੀ ਹੈ ਤੇ ਫਿਰ ਆਪਾਂ ਕਹਿੰਦੇ ਆਪਾਂ ਤਾਂ टीचर ਦਾ ਕੰਮ ਹੀ ਨਹੀਂ ਕਰਨਾ। ਤਾਂ ਜਦ ਆਪਾਂ टीचर ਦਾ ਕੰਮ ਹੀ ਨਹੀਂ ਕਰਨਾ ਤਾਂ टीचर ਜਿਹੜਾ ਸਬਜੈਕਟ ਪੜ੍ਹਾਉਂਦਾ ਹੋਵੇ ਸਾਨੂੰ ਉਹ ਫਿਰ ਸਬਜੈਕਟ ਹੀ ਵਧੀਆ ਨਹੀਂ ਲੱਗਦਾ ਹੁੰਦਾ। ਹੁਣ ਕਈ ਵਾਰੀ ਜੇ ਦੀਪਕ ਸਰ ਤੁਹਾਨੂੰ ਕਲਾਸ 'ਚ, ਵੈਸੇ ਤਾਂ ਦੀਪਕ ਸਰ ਡਾਂਟਦੇ ਨਹੀਂ ਕਲਾਸ 'ਚ, ਪਰ ਜੇਕਰ ਕਦੇ ਮੈਂ ਕਿਸੇ ਸਟੂਡੈਂਟ ਨੂੰ ਡਾਂਟਦਾ, ਠੀਕ ਹੈ, ਤਾਂ ਫਿਰ ਉਹ ਸਟੂਡੈਂਟ ਸੋਚਦਾ ਕਿ ਨਹੀਂ ਆਪਾਂ ਤਾਂ ਦੀਪਕ ਸਰ ਦੀ ਗੱਲ ਹੀ ਨਹੀਂ ਸੁਣਨੀ, ਆਪਾਂ ਤਾਂ ਅੰਗਰੇਜ਼ੀ ਪੜ੍ਹਨੀ ਹੋ ਨਹੀਂ। ਤਾਂ ਬੇਟਾ ਹੋ ਜਾਂਦਾ ਹੈ ਨਾ। ਹਾਲਾਂਕਿ ਕਦੇ ਵੀ ਟੀਚਰ ਜੇ ਮਾੜਾ ਮੋਟਾ ਕਿਸੇ ਬੱਚੇ ਨੂੰ ਕਹਿੰਦਾ ਹੈ ਕੁਝ, ਤਾਂ ਉਹਦਾ ਮੰਤਵ ਇਹ ਨਹੀਂ ਹੁੰਦਾ ਕਿ ਬੱਚੇ ਦੀ ਆਪਾਂ ਨੇ ਕੋਈ ਕਿਸੇ ਤਰ੍ਹਾਂ ਦੀ ਇਨਸਲਟ ਕਰਨੀ, ਐਸਾ ਕਦੇ ਵੀ ਕੋਈ ਟੀਚਰ ਨਹੀਂ ਚਾਹੁੰਦਾ। ਹਮੇਸ਼ਾ ਬੱਚੇ ਦੇ ਭਵਿੱਖ ਦੇ ਲਈ, ਉਸ ਦੇ ਬੈਟਰਮੈਂਟ ਦੇ ਲਈ, ਉਸ ਦੀ ਕਿ ਵਧੀਆ ਕਾਰਗੁਜ਼ਾਰੀ ਹੋਵੇ, ਆਪਣੀ ਲਾਈਫ 'ਚੋਂ ਵਧੀਆ ਬਣੇ, ਤਾਂ ਫਿਰ ਟੀਚਰ ਨੂੰ ਕੁਝ ਕਹਿਣਾ ਪੈਂਦਾ। ਤਾਂ ਇੱਥੇ ਹੁਣ ਉਸਦੇ ਟੀਚਰ ਨੇ ਉਹਨੂੰ ਡਾਂਟ ਲਗਾਈ, ਉਹਨੂੰ ਬੁਰੀ ਲੱਗੀ, ਉਹਨੇ ਉਹਦਾ ਸਬਜੈਕਟ ਹੀ ਛੱਡਤਾ। ਇਹ ਕੰਮ ਹੋ ਗਿਆ। ਤਾਂ ਫਾਦਰ ਨੂੰ ਪਤਾ ਸੀ ਕਿ ਇਹ ਇੱਕ ਪਲ ਦੀ ਉਹਦਾ ਇੱਕ ਮੋਮੈਂਟ ਹੈ, ਇੱਕ ਪਲ ਦਾ ਉਹਦਾ ਗੁੱਸਾ ਹੈ, ਪਰ ਫਿਰ ਵੀ ਕਹਿੰਦੇ ਚਲੋ ਜੇ ਬੇਕਰ ਦੀ ਇਹ ਲੈਣਾ ਚਾਹੁੰਦਾ ਹੈ ਤਜਰਬਾ, ਤਾਂ ਆਪਾਂ ਦਵਾ ਦਿੰਦੇ ਹਾਂ ਤਜਰਬਾ ਇਹਨੂੰ ਬੇਕਰ ਦਾ। ਚਲੋ ਮਿਸਟਰ ਸੋਸਾ ਪੁੱਟ ਹਿਜ਼ ਹੈਂਡ ਔਨ ਫਿਲਿਪ ਸ਼ੋਲਡਰ ਐਂਡ ਕੰਟੀਨਿਊਡ ਮੋਰ ਸੀਰੀਅਸਲੀ। ਤਾਂ ਮਿਸਟਰ ਸੋਸਾ ਨੇ ਫਿਲਿਪ ਦੇ ਮੋਢੇ ਦੇ ਉੱਤੇ ਹੱਥ ਰੱਖਿਆ, ਸ਼ੋਲਡਰ, ਅਤੇ ਬੋਲੇ ਬੜੇ ਸੀਰੀਅਸਲੀ ਹੋ ਕੇ, ਗੰਭੀਰਤਾ ਨਾਲ ਬੋਲੇ ਕਿ ਫਿਲਿਪ ਆਈ ਹੈਵ ਨੋਟਿਸ ਦੈਟ ਬੇਕਰ ਆਰ ਨੋਟ ਆਲਵੇਜ਼ ਵੈਲ ਐਜੂਕੇਟਡ। ਕਹਿੰਦੇ ਫਿਲਿਪ ਮੈਨੂੰ ਪਤਾ ਹੀ ਹੈ, ਮੈਨੇ ਨੋਟ ਕੀਤਾ ਹੈ ਕਿ ਜਿਹੜੇ ਬੇਕਰਸ ਹੁੰਦੇ ਨੇ, ਬ੍ਰੈਡਾਂ ਬਣਾਉਣ ਵਾਲੇ, ਇਹ ਆਮ ਤੌਰ ਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਨੋਟ well educated. I believe that it would be profitable for you to educate yourself beyond the level of most bakers. ਕਹਿੰਦੇ ਮੈਨੂੰ ਵਿਸ਼ਵਾਸ ਹੈ ਕਿ ਇਹ ਤੇਰੇ ਲਈ ਜ਼ਿਆਦਾ ਚੰਗਾ ਹੋਏਗਾ, ਲਾਭਕਾਰੀ ਹੋਵੇਗਾ। It would be profitable, ਤੇਰੇ ਲਈ ਲਾਭਕਾਰੀ ਹੋਵੇਗਾ ਜੇਕਰ ਤੂੰ ਆਪਣੇ ਆਪ ਨੂੰ ਐਜੂਕੇਟ ਕਰੇ ਜ਼ਿਆਦਾਤਰ ਬੇਕਰਸ ਦੇ ਐਜੂਕੇਸ਼ਨ ਲੈਵਲ ਨਾਲੋਂ। ਮਤਲਬ ਮੋਸਟਲੀ ਬੇਕਰ ਜਿਹੜੇ ਹੁੰਦੇ ਨੇ ਘੱਟ ਪੜ੍ਹੇ ਲਿਖੇ ਹੁੰਦੇ ਨੇ, ਜੇਕਰ ਤੂੰ ਉਹਨਾਂ ਨਾਲੋਂ ਜ਼ਿਆਦਾ ਪੜ੍ਹ ਜੇ ਤਾਂ ਇਹ ਤੇਰੇ ਲਈ ਜ਼ਿਆਦਾ ਅੱਛਾ ਹੋਏਗਾ, ਬਿਜ਼ਨਸ ਅੱਛਾ ਹੋਏਗਾ, ਤੂੰ ਜ਼ਿਆਦਾ ਪੜ੍ਹਿਆ ਲਿਖਿਆ ਹੋਏਗਾ। ਪਰਹੈਪਸ ਯੂ ਵਿਲ ਦੈਨ ਬੀ ਮੋਰ ਸਕਸੈਸਫੁਲ ਇਨ ਯੂਰ ਬਿਜ਼ਨਸ। ਤਾਂ ਤੇਰੇ ਬਿਜ਼ਨਸ ਦੇ ਵਿੱਚ, ਬੇਕਰੀ ਵਾਲੇ ਬਿਜ਼ਨਸ ਦੇ ਵਿੱਚ ਤੂੰ ਜ਼ਿਆਦਾ ਸਫਲ ਹੋਏਗਾ। ਪਰਹੈਪਸ ਦਾ ਮਤਲਬ ਸ਼ਾਇਦ। ਫॉर ਦਿਸ ਰੀਜ਼ਨ, ਇਸ ਕਾਰਨ ਕਰਕੇ, ਆਈ ਮਸਟ ਇਨਸਿਸਟ, ਮੈਂ ਜ਼ੋਰ ਲਗਾਨਾ ਹੈ, ਮੈਂ ਜ਼ੋਰ ਦੇ ਕੇ ਕਹਿਣਾ ਹੈ, that you keep on with your education, ਕਿ ਤੂੰ ਐਜੂਕੇਸ਼ਨ ਆਪਣੀ ਜਾਰੀ ਰੱਖ, ਪੜ੍ਹਾਈ ਜਾਰੀ ਰੱਖ, even though you stop taking your music lessons, ਤਾਂ ਚਾਹੇ ਤੂੰ ਆਪਣੇ ਮਿਊਜ਼ਿਕ ਲੈਸਨਸ ਨਾ ਪੜ੍ਹ। ਦੇਖੋ ਹੁਣ ਜਦੋਂ ਸਕੂਲ ਜਾਂਦਾ ਸੀ ਪੜ੍ਹਨ, ਤਾਂ ਇਹਦਾ ਮਤਲਬ ਇਹ ਥੋੜੀ ਸੀ ਮਿਊਜ਼ਿਕ ਸਕੂਲ ਦੇ ਵਿੱਚ ਸਾਰਾ ਦਿਨ ਮਿਊਜ਼ਿਕ ਹੀ ਪੜ੍ਹਾਇਆ ਜਾਂਦਾ ਸੀ। ਬਾਕੀ ਸਬਜੈਕਟਸ ਵੀ ਬੇਟਾ, ਸਾਇੰਸ, ਸੋਸ਼ਲ ਸਟੱਡੀਜ਼ ਤੇ ਲੈਂਗੁਏਜ ਸਬਜੈਕਟਸ ਵੀ ਪੜ੍ਹਾਏ ਜਾਂਦੇ ਸੀ। ਤਾਂ ਹੁਣ ਉੱਥੇ ਫਾਦਰ ਸਾਹਿਬ ਕੀ ਕਹਿ ਰਹੇ ਨੇ? ਉਹਦੇ ਫਾਦਰ ਸਾਹਿਬ ਇਹ ਕਹਿ ਰਹੇ ਨੇ, ਠੀਕ ਹੈ ਤੂੰ ਮਿਊਜ਼ਿਕ ਨਹੀਂ ਪੜ੍ਹਨਾ ਚਾਹੁੰਦਾ ਨਾ ਪੜ੍ਹ, ਪਰ ਬਾਕੀ ਦੇ ਸਬਜੈਕਟਸ ਪੜ੍ਹੀ ਚੱਲ, ਉਹ ਨਾ ਛੱਡ ਤੂੰ। ਬੇਕਰੀ ਦਾ ਕੰਮ ਕਰਨਾ ਸਿੱਖਣਾ, ਸਿੱਖ ਲੈ। ਤਾਂ ਵੈਨ ਯੂ ਹੈਵ ਫਿਨਿਸ਼ ਸਕੂਲ, ਜਦੋਂ ਤੂੰ ਆਪਣਾ ਸਕੂਲ ਫਿਨਿਸ਼ ਕਰ ਲੇਗਾ, ਯੂ ਕੈਨ ਬਿਕਮ ਅ ਫੁੱਲ ਟਾਈਮ ਬੇਕਰ। ਫਿਰ ਤੂੰ ਫੁੱਲ ਟਾਈਮ ਬੇਕਰ ਬਣ ਜੀ। ਹੁਣ ਤੂੰ ਕੀ ਹੋਏਗਾ? ਹੁਣ ਤੂੰ ਪਾਰਟ ਟਾਈਮ ਬੇਕਰ ਹੋਏਗਾ, ਕਿਉਂਕਿ ਤੂੰ ਥੋੜੀ ਦੇਰ ਹੀ ਲਾਣਾ ਹੈ, ਸ਼ਾਮ ਨੂੰ ਜਾਏਗਾ ਚਾਰਲੀ ਕੋਲੇ ਸਿੱਖਣ, ਤਾਂ ਜਦੋਂ ਤੇਰੀ ਸਾਰੀ ਸਕੂਲਿੰਗ ਖਤਮ ਹੋ ਗਈ ਫਿਰ ਤੂੰ ਫੁੱਲ ਟਾਈਮ ਬੇਕਰ ਬਣ ਜਾਏਗਾ। ਆਪ पेज पूरा कर लेने बेटा। फिलिप विलिंगली अग्रीड टू कंटिन्यू हिज एजुकेशन। चलो फिलिप सियाना सी, ਉਹਨੇ ਆਪਣੇ ਪਿਤਾ ਦੀ ਗੱਲ ਰੱਖੀ ਤੇ ਉਸਨੇ ਮਨ ਦੇ ਨਾਲ, ਵਿਲਿੰਗਲੀ ਦਾ ਮਤਲਬ ਮਨ ਦੇ ਨਾਲ, ਉਹ ਮੰਨ ਗਿਆ, ਅਗਰੀ ਇਸ ਗੱਲ ਨਾਲ ਮੰਨ ਗਿਆ ਕਿ ਮੈਂ ਆਪਣੀ ਐਜੂਕੇਸ਼ਨ ਜਾਰੀ ਰੱਖਾਂਗਾ, ਮਤਲਬ ਆਪਣੀ ਜਿਹੜੀ ਬਾਕੀ ਦੀ ਐਜੂਕੇਸ਼ਨ ਮੈਂ ਜਾਰੀ ਰੱਖੂ, ਸਕੂਲ ਨਹੀਂ ਛੱਡੂੰਗਾ, ਨਾਲ ਨਾਲ ਬੇਕਰੀ ਦਾ ਕੰਮ ਵੀ ਸਿੱਖੂੰਗਾ। At 8:30 that evening, ਸ਼ਾਮ ਦੇ 8:30 ਵਜੇ, Philip went to the bakery, ਤਾਂ ਫਿਲਿਪ ਬੇਕਰੀ ਚਲਾ ਗਿਆ ਚਾਰਲੀ ਕੋਲ। There he was the bakers at work mixing bread and making pies. ਫਿਰ ਉਸਨੇ ਉੱਥੇ ਕੀ ਦੇਖਿਆ? ਵਾਚ, ਉਸਨੇ ਕੀ ਦੇਖਿਆ ਕਿ ਜਿਹੜੇ ਬੇਕਰਸ ਨੇ ਉਹ ਬ੍ਰੈਡ ਨੂੰ ਮਿਕਸ ਕਰਕੇ ਬਣਾ ਰਹੇ ਨੇ, ਪਾਈਜ਼ ਬਣਾ ਰਹੇ ਨੇ। Everything he saw was new to him. ਹੁਣ ਉੱਥੇ ਜਾ ਕੇ ਉਸਨੇ ਜੋ ਵੀ ਦੇਖਿਆ ਉਸਦੇ ਲਈ ਨਵਾਂ ਸੀ, new to him. And for a while, ਅਤੇ ਥੋੜੇ ਸਮੇਂ ਲਈ, it seemed very interesting. ਉਸਨੂੰ ਬੜਾ ਵਧੀਆ ਲੱਗਿਆ, ਇੰਟਰਸਟਿੰਗ ਲੱਗਿਆ, ਰੋਚਕ ਲੱਗਿਆ। ਬਟ ਫॉर ਅ ਵਾਈਲ, ਥੋੜੇ ਸਮੇਂ ਲਈ।
The bakers impressed Philip with their speed and skill. ਤਾਂ ਬੇਕਰ ਤਾਂ ਬੇਟਾ ਬਹੁਤ ਜਲਦੀ ਕੰਮ ਕਰਦੇ ਨੇ, ਉਹਨਾਂ ਦੀ ਸਪੀਡ ਬਹੁਤ ਹੁੰਦੀ ਹੈ, ਤਾਂ ਉਹਨਾਂ ਨੇ ਫਿਲਿਪ ਨੂੰ ਇੰਪ੍ਰੈਸ ਕਰਤਾ, ਪ੍ਰਭਾਵਿਤ ਕਰਤਾ ਉਹਨਾਂ ਦੀ ਸਪੀਡ ਦੇ ਨਾਲ ਤੇ ਸਕਿੱਲ ਦੇ ਨਾਲ, ਹੁਨਰ ਦੇ ਨਾਲ। ਐਂਡ ਹੀ ਵਾਸ ਅਮੇਜ਼ਡ ਐਟ ਦੀ ਅਮਾਉਂਟ ਆਫ ਬ੍ਰੈਡ ਦੈਟ ਵਾਸ ਬੀਇੰਗ ਮੇਡ। ਅਤੇ ਉਹ ਇੰਨਾ ਜ਼ਿਆਦਾ ਹੈਰਾਨ ਹੋਇਆ, ਅਮੇਜ਼ਡ ਹੋਇਆ ਕਿ ਕਿੰਨੀ ਜ਼ਿਆਦਾ ਜਿਹੜੀ ਬ੍ਰੈਡ ਹੈ ਉਹ ਬਣਾਈ ਜਾ ਰਹੀ ਹੈ। ਲੇਟਰ ਹੀ ਗਰੂ ਟਾਇਰਡ ਐਂਡ ਸਲੈਪਟ ਵਾਈਲ ਦਾ ਬ੍ਰੈਡ ਵਾਸ ਬੇਕਿੰਗ। ਅਤੇ ਬਾਅਦ ਦੇ ਵਿੱਚ ਉਹ ਥੱਕ ਗਿਆ, ਲੇਟਰ ਹੀ ਗਰੂ ਟਾਇਰਡ, ਉਹ ਥੱਕ ਗਿਆ ਅਤੇ ਸੌਂ ਗਿਆ ਜਦੋਂ ਬ੍ਰੈਡ ਬੇਕ ਕੀਤੀ ਜਾ ਰਹੀ ਸੀ। ਤਾਂ ਬੇਟਾ ਇਸ ਤਰੀਕੇ ਦੇ ਨਾਲ ਅਸੀਂ ਅੱਜ ਆਪਣਾ ਸੈਕਿੰਡ ਸੈਸ਼ਨ ਬੇਟਾ ਪੂਰਾ ਕੀਤਾ ਹੈ। ਕਿਉਂਕਿ ਚੈਪਟਰ ਥੋੜਾ ਜਿਹਾ ਲੰਬਾ ਹੈ, ਆਪਾਂ ਇੱਕ ਹੋਰ ਕੱਲ ਦਾ ਸੈਸ਼ਨ ਲਗਾਵਾਂਗੇ ਤੇ ਇਸ ਚੈਪਟਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਇੱਕ ਵਾਰੀ ਮੈਂ ਸਾਰਿਆਂ ਨੂੰ ਅਨਮਿਊਟ ਕਰਤਾ, ਦੱਸੋ ਜੀ ਸਮਝ ਆ ਰਿਹਾ ਚੈਪਟਰ? ਅਮਨਦੀਪ, ਜਸਪ੍ਰੀਤ, ਸ਼ਹਿਨਾਜ਼, ਰਮਨ? ਹਾਂਜੀ 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 ठीक है बेटा, ਇਹਦੀ ਗਲੋਸਰੀ ਜ਼ਰੂਰ ਬਣਾ ਲਿਓ, ਠੀਕ ਹੈ ਜੀ, ਆਪਣੀ ठीक है। ਕਾਪੀ ਦੇ ਉੱਪਰ। ਕੱਲ ਨੂੰ ਮਿਲਦੇ ਹਾਂ ਜੀ, ਓਕੇ ਜੀ।